ज़रात कहानी सफ़ा नंबर 7। ਅੱਜ ਅਸੀਂ ਸਫ਼ਾ ਨੰਬਰ 7 ਦੇ ਅਖੀਰ ਤੋਂ ਸ਼ੁਰੂ ਕਰਨਾ ਹੈ। ਇਹ ਸਬਕ ਡਾਕਟਰ ਮੁਹੰਮਦ ਬਸ਼ੀਰ ਗੁਰਾਇਆ ਹੋਰਾਂ ਨੇ ਲਿਖਿਆ। ਅਸੀਂ ਪਿਛਲੇ ਹਿੱਸੇ 'ਚ ਦੇਖਿਆ ਸੀ ਕਿ ਜ਼ਮੀਨ ਦੇ ਕਿੰਨੇ ਫੀਸਦ ਹਿੱਸੇ ਦੇ ਉੱਤੇ ਕਾਸ਼ਤਕਾਰੀ ਵਾਈ ਬੀਜੀ ਕੀਤੀ ਜਾ ਰਹੀ ਹੈ ਤੇ ਫਿਰ ਪਾਣੀ ਦਾ ਬੁਨਿਆਦੀ ਕਿਰਦਾਰ ਵਾਈ ਬੀਜੀ ਦੇ ਵਿੱਚ ਹੈ। ਪਾਣੀ ਵਰਤਣ ਵਾਸਤੇ ਕਿਹੜੇ ਕਿਹੜੇ ਹੀਲੇ ਵਸੀਲੇ ਕੀਤੇ ਜਾਂਦੇ ਨੇ? ਝੱਟਾ ਲਾਣਾ, ਖੂਹ, ਚਲਾਰ ਦੇ ਹਵਾਲੇ ਨਾਲ ਅਸੀਂ ਦੇਖਿਆ। ਇਸ ਦੇ ਨਾਲ ਨਾਲ ਜਿਹੜੇ ਵਾਹੀਵਾਨਾਂ ਨੂੰ, ਕਿਸਾਨਾਂ ਨੂੰ ਜਿਹੜੇ ਨਾਂ ਦਿੱਤੇ ਜਾਂਦੇ ਨੇ ਉਹਦੇ ਬਾਰੇ ਪੜ੍ਹਿਆ। ਫਿਰ ਸਾਇੰਸ ਜਦੋਂ ਆਈ ਤੇ ਉਸ ਨੇ ਜਾਨਵਰਾਂ ਤੇ ਇਨਸਾਨਾਂ ਲਈ ਕੀ ਕੀ ਬੰਦੋਬਸਤ ਕੀਤਾ। ਉਸ ਨੇ ਨਵੀਆਂ ਖਾਦਾਂ ਬਣਾਈਆਂ, ਨਵੀਆਂ ਦਵਾਈਆਂ ਬਣਾਈਆਂ ਜਿਸ ਨਾਲ ਚੰਗਾ ਬੀ ਆ ਗਿਆ। ਫਿਰ ਨਹਿਰਾਂ, ਬਿਰਾਜ, ਹੈੱਡ ਤੇ ਡੈਮ ਬਣਾਏ ਗਏ, ਪਾਣੀ ਦੀ ਲੋੜ ਨੂੰ ਪੂਰਾ ਕਰਤਾ ਗਿਆ। ਆਖਰੀ ਪੈਰਾਗ੍ਰਾਫ ਤੋਂ ਅਸੀਂ ਸ਼ੁਰੂ ਕਰਾਂਗੇ। ਪੰਜਾਬ ਵਿੱਚ ਕਣਕ ਸਭ ਤੋਂ ਵੱਡੀ ਫਸਲ ਹੈ ਤੇ ਸਾਡੀ ਖੁਰਾਕ ਤੇ ਮਾਇਸ਼ਤ ਦਾ ਜ਼ਿਆਦਾਤਰ ਦਾਰੋਮਦਾਰ ਵੀ ਇਸ ਫਸਲ ਉੱਤੇ ਹੀ ਹੁੰਦਾ ਹੈ। ਯਾਨੀ ਜਿਹੜੇ ਕਿਸਾਨ ਨੇ ਉਹ ਜ਼ਿਆਦਾਤਰ ਇਸ ਫਸਲ ਨੂੰ ਉਗਾਉਂਦੇ ਨੇ ਔਰ ਪੰਜਾਬ ਦੇ ਵਿੱਚ ਜਿਹੜੀ ਇਹ ਫਸਲ ਵੱਡੀ ਤਾਦਾਦ ਵਿੱਚ ਉਗਾਈ ਜਾਂਦੀ ਹੈ ਤੇ ਇਸ ਕਰਕੇ ਇਸ ਫਸਲ ਦੀ ਬਜਾਈ, ਕਟਾਈ ਤੇ ਗਹਾਈ ਵੱਲ ਬੜਾ ਧਿਆਨ ਦਿੱਤਾ ਜਾਂਦਾ। ਯਾਨੀ ਕਿ ਗਹਾਈ ਕਹਿੰਦੇ ਨੇ ਜਦੋਂ ਦਾਣੇ ਨਖੇੜੇ ਜਾਂਦੇ, ਸਾਫ਼ ਕੀਤੇ ਜਾਂਦੇ, ਫਸਲ ਨੂੰ ਜਦੋਂ ਵੱਢ ਕੇ ਤੇ ਉਹਦੇ ਦਾਣੇ ਜਿਹੜੇ ਨੇ ਬਿਜਾਈ, ਕਟਾਈ ਤੇ ਗਹਾਈ ਵੱਲ ਬੜਾ ਧਿਆਨ ਦਿੱਤਾ ਜਾਂਦਾ। ਅੱਛਾ, ਇਹ ਜਿਹੜੀਆਂ ਤਿੰਨ ਜਿਹੜੇ ਦਰਜੇ ਨੇ ਇਹਦੇ ਇੱਕ ਮੇਲੇ ਵਾਂਗੂ, ਯਾਨੀ ਜਦੋਂ ਵਿਸਾਖੀ ਸ਼ੁਰੂ ਹੁੰਦੀ ਹੈ ਤੇ ਉਦੋਂ ਫਸਲ ਕੱਟਣ ਦਾ ਇੱਕ ਪੂਰਾ ਮੇਲਾ ਜਿਹੜਾ ਹੈ ਪੂਰੇ ਪੰਜਾਬ ਵਿੱਚ ਸੱਜ ਜਾਂਦਾ ਹੈ। ਲੋਕੀ ਇੱਕ ਦੂਜੇ ਨੂੰ ਵੰਗਾਰਾਂ ਪਾ ਰਹੇ ਨੇ, ਇੱਕ ਦੋਸਤ ਦੂਸਰੇ ਦੋਸਤ ਨੂੰ ਸਾਰਿਆਂ ਨੂੰ ਬੁਲਾ ਕੇ ਪਹਿਲੇ ਇੱਕ ਖੇਤ ਨੂੰ ਵੱਢ ਲੈਂਦੇ ਨੇ, ਫਿਰ ਦੂਜੇ ਨੂੰ ਕੱਟਦੇ ਨੇ ਔਰ ਆਪਸੀ ਔਰ ਢੋਲ ਵੱਜ ਰਹੇ ਨੇ, ਮੇਲੇ ਲੱਗ ਰਹੇ ਨੇ। ਇਹ ਇੱਕ ਮੇਲੇ ਦਾ ਸਮਾਂ ਜਿਹੜਾ ਹੈ ਉਹ ਬਣ ਜਾਂਦਾ ਹੈ। ਕਿਉਂ ਜੇ ਇਸ ਤੇ ਹਰ ਕਿਸੇ ਦੀਆਂ ਆਸਾਂ ਹੁੰਦੀਆਂ ਨੇ। ਆਮ ਤੌਰ ਤੇ ਕਿਸਾਨ ਫਸਲ ਚੁੱਕ ਕੇ ਮੁੰਡਿਆਂ ਕੁੜੀਆਂ ਦੇ ਵਿਆਹ ਰਚਾ ਦਿੰਦੇ ਨੇ ਤੇ ਮੁਟਿਆਰਾਂ ਗਾਵਣ ਲੱਗ ਪੈਂਦੀਆਂ। ਯਾਨੀ ਕਿ ਮੁਆਸ਼ ਜਿਹੜਾ ਹੈ ਉਹ ਇਹਨਾਂ ਦਾ ਇਸ ਫਸਲ ਨਾਲ ਜੁੜਿਆ ਹੈ। ਜੋ ਗੀਤ ਹੈ ਗਾਉਂਦੇ ਨੇ, ਹੁਣ ਫਸਲਾਂ ਚੁੱਕੀਆਂ ਗਈਆਂ, ਦਾਜ ਧੀਆਂ ਬਣਾਏ ਨੇ, ਦੁਨੀਆ 4 ਦਿਨਾਂ ਦੀ, ਭਜਣਾ ਨਹੀਂ ਮੁੜ ਸੇਰਾ ਗਾਨਾ। ਇਹ ਇੱਕ ਕਣਕ ਜਦੋਂ ਫਸਲ ਆ ਜਾਂਦੀ ਹੈ ਕਿਸਾਨ ਦੇ ਕੋਲ, ਜੱਟ ਦੇ ਕੋਲ, ਤੇ ਉਹ ਮਾਰਕੀਟਾਂ ਵਿੱਚ ਜਾ ਕੇ ਵੇਚਦਾ ਹੈ ਤੇ ਫਿਰ ਰੁਪਇਆ ਪੈਸਾ ਉਹਨੂੰ ਮਿਲਦਾ ਹੈ ਜਿਸ ਨਾਲ ਉਹ ਆਪਣੀਆਂ ਲੋੜਾਂ ਥੋੜ੍ਹਾਂ ਪੂਰੀਆਂ ਕਰਦਾ ਹੈ। ਹੁਣ ਇਸ ਸ਼ੇਰ ਦੇ ਵਿੱਚ ਜਿਹੜਾ ਅਸੀਂ ਦੇਖਿਆ ਉਹਦੇ ਵਿੱਚ ਇੱਕ ਤੇ ਗੱਲ ਸਾਨੂੰ ਨਜ਼ਰ ਆ ਰਹੀ ਹੈ ਕਿ ਹਰ ਪਾਸੇ ਸਮਾਂ ਜਿਹੜਾ ਹੈ ਉਹ ਖੁਸ਼ੀਆਂ ਦਾ ਹੈ ਤੇ ਪੈਸੇ ਆ ਗਏ ਨੇ, ਪਰ ਦੂਜੇ ਪਾਸੇ ਇੱਕ ਮੁਆਸ਼ਰੇ ਦਾ ਇੱਕ ਕੋਡ ਵੀ ਹੈ, ਦਾਜ। ਜਿੱਥੇ ਕੁੜੀਆਂ ਦਾਜ ਬਣਾ ਰਹੀਆਂ ਨੇ ਉਹ ਮਜਬੂਰ ਨੇ ਦਾਜ ਬਣਾਉਣ ਵਾਸਤੇ। ਮਾਪਿਆਂ ਜਿਹੜੇ ਨੇ, ਮਾਪੇ ਉਹ ਕੋਸ਼ਿਸ਼ਾਂ ਕਰ ਰਹੇ ਨੇ ਪੂਰਾ ਸਾਲ, ਪੂਰੀ ਜ਼ਿੰਦਗੀ ਲਾ ਕੇ, ਲੇਕਿਨ ਦਾਜ ਦੀ ਕਿਸਮ ਇਹ ਵੀ ਹੈ ਕਿ ਜਦੋਂ ਤੁਸੀਂ ਵੇਖਦੇ ਹੋ ਕਿ ਮੁੰਡੇ ਦੇ ਕੋਲ ਵੀ ਗੱਡੀ ਹੋਏ, ਮੁੰਡੇ ਦੇ ਕੋਲ ਵੀ ਆਪਣਾ ਘਰ ਹੋਏ, ਮੁੰਡਾ ਵੀ ਵੈਲ ਇਸਟੈਬਲਿਸ਼ਡ ਹੋਏ, ਇਹ ਸਾਰੀਆਂ ਚੀਜ਼ਾਂ ਹੋਣ ਤੇ ਕੁੜੀ ਵਾਲੇ ਵੀ ਇਨਡਾਇਰੈਕਟਲੀ ਦਾਜ ਹੀ ਲੱਭ ਰਹੇ ਹੁੰਦੇ। ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਜਿੰਨਾ ਚਿਰ ਅਸੀਂ ਬਿਹਤਰ ਨਹੀਂ ਕਰਾਂਗੇ ਤੇ ਸਮਾਜ ਦੇ ਵਿੱਚ ਕਨਾਤ ਪਸੰਦੀ ਜੋ ਮਿਲ ਗਿਆ ਉਸ ਤੇ ਸਬਰ ਸ਼ੁਕਰ ਨਾਲ ਰਹਿਣ ਦੀ ਚਰਚਾ ਨਹੀਂ ਕਰਾਂਗੇ, ਉਹਨਾਂ ਚਿਰ ਇਹ ਜਿਹੜੇ ਮਸਲੇ ਨੇ ਉਹ ਵੱਧਦੇ ਹੀ ਜਾਣੇ।
ਹੁਣ ਫਸਲਾਂ ਝੁਕੀਆਂ ਗਈਆਂ, ਦਾਜ ਧੀਆਂ ਬਣਾਏ ਨੇ, ਦੁਨੀਆ 4 ਦਿਨਾਂ ਦੀ ਬਜਣਾ ਨਹੀਂ, ਮੁੜ ਸੇਰਾ ਗਾ। ਯਾਨੀ ਕਿ ਜਿਹੜੇ ਕਿਹਾ ਜਾਂਦਾ ਹੈ ਕਿ ਜਦੋਂ ਕਿਸਾਨ ਦੇ ਕੋਲ ਪੈਸਾ ਆ ਗਿਆ ਤੇ ਉਸ ਨੇ ਜਿੱਥੇ ਵਿਆਹਾਂ ਸ਼ਾਦੀਆਂ ਮੇਲੇ ਠੇਲੇ ਲਾਣੇ ਨੇ, ਉੱਥੇ ਉਸ ਨੇ ਲੜਾਈਆਂ ਵੀ ਕਰਨੀ। ਇੱਕ ਪੰਜਾਬ ਦੇ ਪਿੰਡ ਦੀ ਇੱਕ ਰੀਤ ਰਹੀ ਹੈ, ਹਰ ਪਿੰਡਾਂ ਦੇ ਵਿੱਚ। ਕਣਕ ਦੀ ਬਿਜਾਈ ਵੇਲੇ ਸਿਰ ਕਰਨ ਦਾ ਯਤਨ ਕੀਤਾ ਜਾ, ਯਤਨ ਕਰਨਾ, ਕੋਸ਼ਿਸ਼ ਕਰਨਾ, ਪਰ ਇਹਦੀ ਕਟਾਈ ਤੇ ਗਹਾਈ ਵੱਲ ਵੇਲੇ ਨਾਲ ਕਰਨ ਲਈ ਵੰਗਾਰਾਂ ਵੀ ਪਾਈਆਂ ਜਾਂਦੀਆਂ। ਵੰਗਾਰਾਂ ਪਾਣਾ ਯਾਨੀ ਕਿ ਸੱਦਾਂ ਪਾਣਾ, ਲੋਕਾਂ ਨੂੰ ਬੁਲਾਣਾ, ਇੱਕ ਦੂਜੇ ਦੇ ਕੰਮ ਜਿਹੜੇ ਨੇ ਉਹ ਕਰਨ ਵਾਸਤੇ ਇੱਕ ਦੂਜੇ ਨੂੰ ਬੁਲਾਣਾ, ਇੱਕ ਦੂਜੇ ਦਾ ਸਾਥੀ ਬਣਨਾ। ਢੋਲ ਵਾਲਾ ਸਾਰਾ ਦਿਨ ਡਗਾ ਲਾਈ ਰੱਖਦਾ ਹੈ। ਸ਼ਾਰਟ ਕੁਐਸਚਨ ਆ ਜਾਂਦਾ ਹੁੰਦਾ ਹੈ ਕਿ ਕਣਕ ਦੀ ਕਟਾਈ ਵੇਲੇ ਢੋਲ ਵਾਲਾ ਕੀ ਕਰਦਾ? ਢੋਲ ਵਾਲਾ ਸਾਰਾ ਦਿਨ ਡਗਾ ਲਾਈ ਰੱਖਦਾ ਹੈ ਤੇ ਵਾਢੇ ਜਿਹੜੇ ਫਸਲ ਵੱਢ ਰਹੇ ਨੇ, ਫਸਲ ਕੱਟ ਰਹੇ ਨੇ, ਜੋਸ਼ੋ ਖਰੋਸ਼ ਨਾਲ ਵਾਢੀ ਕਰਦੇ ਰਹਿੰਦੇ ਸਨ। ਸਮਾਨੀਆਂ ਔਰਤਾਂ ਵਾਢੀਆਂ ਲਈ ਜਿਹੜੇ ਫਸਲ ਕੱਟ ਰਹੇ ਨੇ, ਹਲਵੇ, ਪੂੜੇ ਤੇ ਚੁੰਗੀਆਂ ਵਾਲੀਆਂ ਤੰਦੂਰੀ ਰੋਟੀਆਂ ਖਾਸ ਤੌਰ ਤੇ ਤਿਆਰ ਕਰਕੇ ਲਿਆਂਦੀਆਂ ਸਨ। ਚੁੰਗੀ ਵਾਲੀ ਰੋਟੀਆਂ ਤੁਹਾਨੂੰ ਪਤਾ ਹੋਏ, ਪਿਛਲੇ ਲੈਕਚਰ 'ਚ ਵੀ ਤੁਹਾਨੂੰ ਦੱਸਿਆ ਸੀ ਜਦੋਂ ਇਹ ਪਹਿਲੇ ਪੜ੍ਹਾਇਆ ਸੀ, ਹੁਣ ਤੇ ਰਿਵੀਜ਼ਨ, ਕਿ ਆਟੇ ਦੇ ਵਿੱਚ ਥੋੜ੍ਹਾ ਜਿਹਾ ਗੜਾ ਬਣਾ ਕੇ ਉਹਦੇ ਵਿੱਚ ਘਿਓ ਭਰ ਦਿੱਤਾ ਜਾਂਦਾ ਸੀ, ਫਿਰ ਉਸ ਨੂੰ ਪੇੜੇ ਨੂੰ ਬੰਦ ਕਰਕੇ ਤੇ ਉਹਨੂੰ ਪਕਾਇਆ ਜਾਂਦਾ। ਯਾਨੀ ਉਸ ਗੜੇ ਨੂੰ ਭਰ ਕੇ ਤੇ ਤਾਂ ਕਿ ਘਿਓ ਅੰਦਰ ਵੀ ਰਚ ਮਸ ਜਾਏ। ਚੁੰਗੀਆਂ ਵਾਲੀਆਂ ਰੋਟੀਆਂ ਚੁੰਗੀ ਕਹਿੰਦੇ ਨੇ, ਯਾਨੀ ਕਿ ਗੜੇ ਬਣਾਉਣ ਨੂੰ, ਕੋਈ ਗੜਾ ਬਣਾਉਣਾ, ਕੋਈ ਉਂਗਲ ਦੇ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਉਹਨੂੰ ਥੋੜ੍ਹਾ ਜਿਹਾ ਨੱਪ ਕੇ ਉਹਦੇ ਵਿੱਚ ਘਿਓ ਭਰ ਕੇ ਤੇ ਦੇਸੀ ਘਿਓ ਭਰ ਕੇ ਤੇ ਉਹਨੂੰ ਦੁਬਾਰਾ ਪੇੜਾ ਬਣਾ ਦਿੱਤਾ ਜਾਂਦਾ ਸੀ। ਹਲਵੇ, ਪੂੜੇ, ਮਿੱਠੇ ਜਿਹੜੀਆਂ ਰੋਟੀਆਂ ਬਣਾਈਆਂ ਜਾ ਰਹੀਆਂ। ਕਣਕ ਪਿੱਛੋਂ ਮੂੰਜੀ ਪੰਜਾਬ ਦੀ ਇੱਕ ਵੱਡੀ ਫਸਲ। ਜਿਵੇਂ ਕਿ ਅਸੀਂ ਪਹਿਲੇ ਗੱਲ ਕੀਤੀ, ਪਾਣੀ ਦੇ ਹਵਾਲੇ ਨਾਲ ਪਾਣੀ ਬੁਨਿਆਦੀ ਕਿਰਦਾਰ ਅਦਾ ਕਰਦਾ ਹੈ ਤੇ ਮੂੰਜੀ ਜਿਹੜੀ ਫਸਲ ਹੈ ਉਹ ਪਾਣੀ ਦੀ ਮਰਹੂਨੇ ਮਿੰਨਤ। ਪਾਣੀ ਤੋਂ ਜੇ ਪਾਣੀ ਦੀ ਅਣਹੋਂਦ ਹੈ ਤੇ ਮੂੰਜੀ ਨਹੀਂ ਹੋ ਜਾਏਗੀ। ਜਿਹੜੇ ਇਲਾਕਿਆਂ ਵਿੱਚ ਪਾਣੀ ਨਹੀਂ ਹੈ ਉੱਥੇ ਮੂੰਜੀ ਦੀ ਫਸਲ, ਮੂੰਜੀ ਯਾਨੀ ਚਾਵਲ ਦੀ ਫਸਲ ਨਹੀਂ ਹੁੰਦੀ। ਮੂੰਜੀ ਆਮ ਤੌਰ ਤੇ ਲਾਭ ਦੇ ਬ੍ਰੈਕਟ ਵਿੱਚ ਲਿਖਿਆ ਤੁਸੀਂ ਵੇਖਣਾ, ਪਨੀਰੀ ਵੀ ਲੱਗਦੀ। ਮੂੰਜੀ ਦਾ ਬੀਜ ਪਹਿਲਾਂ ਇੱਕ ਥਾਂ ਛੱਟੇ ਨਾਲ ਬੀਜਿਆ ਜਾਂਦਾ। ਜਦ ਬੂਟੇ ਫੁੱਟ ਸਵਾ ਫੁੱਟ ਦੇ ਹੋ ਜਾਂਦੇ ਨੇ ਤੇ ਫਿਰ ਜੜ੍ਹਾਂ ਤੋਂ ਖੇੜ ਕੇ ਕੱਦੂ ਕੀਤੀਆਂ ਖੇਤਾਂ ਵਿੱਚ ਉਹ ਪੌਦੇ ਇੱਕ ਇੱਕ ਕਰਕੇ ਪਾਣੀ ਵਾਲੀ ਨਰਮ ਜ਼ਮੀਨ ਵਿੱਚ ਲਾਏ ਜਾਂਦੇ। ਹੁਣ ਥੋੜ੍ਹਾ ਜਿਹਾ ਜ਼ਰਾ ਦੇਖੋ, ਇੱਕ ਤੇ ਸਵਾਲ ਬਣ ਜਾਏਗਾ ਕਿ ਕਣਕ ਪਿੱਛੋਂ ਪੰਜਾਬ ਦੀ ਵੱਡੀ ਫਸਲ ਕਿਹੜੀ ਹੈ? ਆਸਾਨ ਜਵਾਬ ਮੂੰਜੀ, ਬ੍ਰੈਕਟ 'ਚ ਚਾਵਲ ਵੀ। ਮੂੰਜੀ ਦੀ ਕਾਸ਼ਤ ਕਿਵੇਂ ਹੁੰਦੀ ਹੈ? ਮੂੰਜੀ ਦੀ ਕਾਸ਼ਤ ਲਾਭ ਜਾਂ ਪਨੀਰੀ ਲਾਉਣ ਦੇ ਨਾਲ ਹੁੰਦੀ। ਲਾਭ ਜਾਂ ਪਨੀਰੀ ਕੀ ਹੈ? ਮੂੰਜੀ ਦੀ ਥਾਂ ਯਾਨੀ ਮੂੰਜੀ ਦਾ ਬੀਜ ਪਹਿਲਾਂ ਇੱਕ ਥਾਂ ਛੱਟੇ ਨਾਲ ਬੀਜਿਆ ਜਾਂਦਾ ਹੈ। ਫਿਰ ਜਦੋਂ ਬੂਟੇ ਫੁੱਟ ਸਵਾ ਫੁੱਟ ਦੇ ਹੋ ਜਾਂਦੇ ਨੇ ਤੇ ਉਸ ਨੂੰ ਉਖਾੜ ਕੇ, ਉਸ ਨੂੰ ਪੁੱਟ ਕੇ ਤੇ ਕੱਦੂ ਕੀਤੀਆਂ ਖੇਤਾਂ ਵਿੱਚ ਲਾਇਆ ਜਾਂਦਾ ਹੈ। ਇਹ ਹੈ ਲਾਭਾ ਲਾਣਾ। ਕੱਦੂ ਕੀਤੇ ਖੇਤਾਂ, ਹੁਣ ਕੱਦੂ ਤੋਂ ਮੁਰਾਦ ਹਲਵਾ ਕੱਦੂ ਨਾ ਸਮਝਣਾ। ਕੱਦੂ ਤੋਂ ਮੁਰਾਦ ਮੂੰਜੀ ਗੱਡਣ ਲਈ ਖੁੱਲੇ ਪਾਣੀ ਜਿਹੜੇ ਨੇ ਉਹ ਖੁੱਲੇ ਪਾਣੀ ਰੱਖ ਕੇ ਤੇ ਉੱਥੇ ਹਲ ਚਲਾਤੀ ਜਾਂਦੀ। ਯਾਨੀ ਪੂਰਾ ਖੁੱਲਾ ਪਾਣੀ ਜਿਹੜਾ ਹੈ ਉਹ ਛੱਡਤਾ ਜਾਂਦਾ ਹੈ ਖੇਤ ਦੇ ਵਿੱਚ, ਫਿਰ ਉਹਦੇ ਉੱਤੇ ਹਲ ਚਲਾਤੀ ਜਾਂਦੀ ਹੈ। ਇਸ ਨੂੰ ਕਹਿੰਦੇ ਨੇ ਕੱਦੂ ਕੀਤਿਆਂ ਖੇਤ। ਇਹਨਾਂ ਬੂਟਿਆਂ ਨੂੰ ਲਾਭ ਆਖਿਆ ਜਾਂਦਾ। ਮੂੰਜੀ ਦੇ ਪੱਕਣ ਤੀਕ ਇਸ ਵਿੱਚ ਪਾਣੀ ਖਲੋਤਾ ਰਹਿਣਾ ਚਾਹੀਦਾ ਹੈ। ਮੂੰਜੀ ਦੀ ਪਰਾਲੀ ਮਾਲ ਡੰਗਰ ਦੇ ਪੱਠਿਆਂ ਲਈ ਕੰਮ ਆਉਂਦੀ। ਜਿਹੜਾ ਮਾਲ ਡੰਗਰ ਤੋਂ ਮੁਰਾਦ ਜਾਨਵਰ, ਮੱਝਾਂ, ਗਾਵਾਂ, ਭੇਡ, ਬੱਕੜੀਆਂ, ਬੱਕਰੀਆਂ ਸਾਰੀਆਂ ਜਿਹੜੀਆਂ ਨੇ ਇਹਨੂੰ ਅਸੀਂ ਮਾਲ ਡੰਗਰ। ਪਰਾਲੀ ਦਾ ਗਤਾਵਾ ਵੀ ਬਣਦਾ ਹੈ ਤੇ ਪਰਾਲੀ ਪੈਕਿੰਗ ਦੇ ਕੰਮ ਆਉਂਦਾ। ਸਵਾਲ ਆ ਜਾਂਦਾ ਹੈ ਕਿ ਮੂੰਜੀ ਦੀ ਪਰਾਲੀ ਕਿਹੜੇ ਕੰਮ ਆਉਂਦੀ? ਪਹਿਲਾ ਇਹਦਾ ਜਵਾਬ ਦੇ 3 ਹਿੱਸੇ ਕਰ ਲਓ। ਮੂੰਜੀ ਦੀ ਪਰਾਲੀ ਮਾਲ ਡੰਗਰ ਦੇ ਪੱਠਿਆਂ ਲਈ ਕੰਮ ਆਉਂਦੀ, ਪਰਾਲੀ ਦਾ ਗਤਾਵਾ ਬਣਾਇਆ ਜਾਂਦਾ ਹੈ ਤੇ ਪਰਾਲੀ ਪੈਕਿੰਗ ਦੇ ਵੀ ਕੰਮ ਆਉਂਦੀ। ਠੀਕ ਹੈ, ਗਤਾਵਾ ਤੋਂ ਮੁਰਾਦ ਯਾਨੀ ਹੋਰ ਪੱਠਿਆਂ ਦੇ ਨਾਲ ਪਰਾਲੀ ਵੀ ਮਿਕਸ ਕਰਕੇ ਉਹਨੂੰ ਜਿਹੜੇ ਉਹ ਖਵਾਈ ਜਾਂਦੀ ਜਾਨਵਰਾਂ ਨੂੰ।
ਕਪਾਹ ਰੇਸ਼ੇਦਾਰ ਫਸਲ ਹੈ ਤੇ ਇਹਦਾ ਸ਼ੁਮਾਰ ਵੀ ਪੰਜਾਬ ਦੀਆਂ ਵੱਡੀਆਂ ਫਸਲਾਂ ਵਿੱਚ ਹੁੰਦਾ ਹੈ। ਸਵਾਲ, ਕਪਾਹ ਕਿਹੋ ਜਿਹੀ ਫਸਲ ਹੈ? ਇਹਦਾ ਮੁਖਤਸਰ ਜਵਾਬ, ਕਪਾਹ ਰੇਸ਼ੇਦਾਰ ਫਸਲ, ਯਾਨੀ ਕਪਾਹ ਰੇਸ਼ੇਦਾਰ ਫਸਲ ਹੈ। ਕਪਾਹ ਦੀ ਵੀ ਹਰ ਸ਼ੈ ਇਨਸਾਨਾਂ ਤੇ ਜਾਨਵਰਾਂ ਦੇ ਕੰਮ ਆਉਂਦੀ। ਇਸ ਦੇ ਕੱਪੜੇ ਤੇ ਰੱਸੇ ਬਣਦੇ। ਦਾ ਤੇਲ ਖਾਣਿਆਂ ਵਿੱਚ ਇਸਤੇਮਾਲ ਹੁੰਦਾ ਹੈ। ਬੀ ਦੇ ਖੋਲ ਨੂੰ ਖਲ ਆਖਿਆ ਜਾਂਦਾ ਹੈ। ਠੀਕ ਹੈ, ਸਵਾਲ ਬਣ ਜਾਏਗਾ ਕਪਾਹ ਦੇ ਬੀ ਨੂੰ ਕੀ ਆਖਿਆ ਜਾਂਦਾ ਹੈ ਜਾਂ ਖਲ ਕੀ ਹੈ? ਯਾਨੀ ਬੀ ਦੇ ਕਪਾਹ ਦੇ ਬੀ ਦੇ ਖੋਲ ਨੂੰ ਖਲ ਆਖਿਆ ਜਾਂਦਾ ਹੈ। ਉਹ ਜਾਨਵਰਾਂ ਨੂੰ ਚਾਰੇ ਲਈ ਤੂੜੀ ਵਿੱਚ ਮਿਲਾ ਕੇ ਖਵਾਈ ਜਾਂਦੀ। ਤੇ ਇਹਦੇ ਸੁੱਕੇ ਬੂਟੇ ਮਨਛਿੱਟੀ ਬਾਲਣ ਦੇ ਕੰਮ ਆਉਂਦੇ। ਠੀਕ ਹੈ, ਯਾਨੀ ਕਿ ਇਹਦੇ ਸੁੱਕੇ ਬੂਟੇ ਜਿਹੜੇ ਮਨਛਿੱਟੀ ਕੀ ਹੈ ਕਿ ਉਹਦੇ ਸੁੱਕੇ ਬੂਟੇ ਜਿਹੜੇ ਨੇ ਉਹ ਹੁੰਦੇ ਨੇ, ਉਹ ਬਾਲਣ ਦੇ ਕੰਮ ਆਉਂਦੇ ਨੇ, ਕਿਉਂਕਿ ਬਹੁਤ ਸਾਰਾ ਪਿੰਡਾਂ ਦੇ ਵਿੱਚ ਗੈਸ ਦਾ ਮੁਨਾਸਿਬ ਇੰਤਜ਼ਾਮ ਨਾ ਹੋਣ ਦੀ ਵਜ੍ਹਾ ਤੋਂ ਉੱਥੇ ਲੱਕੜੀਆਂ ਹੀ ਬਾਲੀਆਂ ਜਾਂਦੀਆਂ। ਤੇ ਇਹ ਜਿਹੜੇ ਇਹਦੇ ਸੁੱਕੇ ਬੂਟੇ ਨੇ, ਮਨਛਿੱਟੀ ਜਿਹੜੀ ਹੈ ਉਹ ਖਾਸ ਤੌਰ ਤੇ ਜ਼ਿਆਦਾ ਜਿਹੜੀ ਹੈ ਉਹ ਅੱਗ ਦਿੰਦੀ ਔਰ ਉਹਨੂੰ ਜਲਦੀ ਅੱਗ ਲੱਗ ਜਾਂਦੀ। ਉਹ ਫਿਰ ਰੋਟੀ ਪਕਾਉਣ, ਸਾਲਨ ਬਣਾਉਣ ਜਾਂ ਹੋਰ ਕੰਮ ਵਾਸਤੇ ਉਸ ਨੂੰ ਵਰਤਿਆ ਜਾਂਦਾ। ਕਪਾਹ ਕਿਵੇਂ ਬੀਜੀ ਜਾਂਦੀ? ਕਪਾਹ ਛੱਟੇ ਨਾਲ ਵੀ ਬੀਜੀ ਜਾਂਦੀ ਹੈ ਤੇ ਨਾਲੀ ਨਾਲ। ਅਗਲਾ ਸਵਾਲ ਆ ਜਾਏਗਾ ਕਿ ਕਪਾਹ ਦੇ ਕਿਹੜੇ ਇਲਾਕੇ ਨੇ? ਕਪਾਹ ਕਿਹੜੇ ਕਿਹੜੇ ਇਲਾਕਿਆਂ ਵਿੱਚ ਪਾਈ ਜਾਂਦੀ? ਮੁਲਤਾਨ, ਬਹਾਵਲਪੁਰ, ਮੁਜ਼ੱਫਰਗੜ੍ਹ, ਸਾਹੀਵਾਲ, ਵਿਹਾੜੀ, ਰਹੀਮ ਯਾਰ ਖਾਨ, ਬਹਾਵਲ ਨਗਰ, ਖਾਨੇਵਾਲ ਦਾ ਇਲਾਕਾ ਕਪਾਹ ਦਾ ਇਲਾਕਾ। ਕਪਾਹ ਜਿਹੜੀ ਅਜਿਹੀ ਫਸਲ ਹੈ ਜਿਹੜੀ ਗਰਮ ਇਲਾਕਿਆਂ ਵਿੱਚ ਹੁੰਦੀ। ਇਸ ਲਈ ਤੁਸੀਂ ਜ਼ਿਹਨ 'ਚ ਰੱਖਣਾ ਕਿ ਜਿਹੜੇ ਗਰਮ ਮੀਂਹ ਪਾਰੋਂ ਸ਼ਹਿਰ ਮਸ਼ਹੂਰ ਨੇ, ਉੱਥੇ ਕਪਾਹ ਦੀ ਫਸਲ ਹੋ ਰਹੀ ਹੈ ਪੰਜਾਬ ਅੰਦਰ। ਮੁਲਤਾਨ, ਬਹਾਵਲਪੁਰ, ਮੁਜ਼ੱਫਰਗੜ੍ਹ, ਸਾਹੀਵਾਲ, ਬਿਹਾੜੀ, ਰਹੀਮ ਯਾਰ ਖਾਨ, ਬਹਾਵਲ ਨਗਰ, ਖਾਨੇਵਾਲ ਦਾ ਇਲਾਕਾ, ਯਾਨੀ ਇਹ ਉਹ ਇਲਾਕੇ ਨੇ ਜਿੱਥੇ ਜੋ ਕਪਾਹ ਦੀ ਫਸਲ ਵਜ੍ਹਾ ਤੋਂ ਮਸ਼ਹੂਰ ਨੇ। ਕਪਾਹ ਦਾ ਬੀਜ ਰਾਤ ਨੂੰ ਪਾਣੀ ਵਿੱਚ ਭਿਉਂ ਦਿੱਤਾ ਜਾਂਦਾ ਤਾਂ ਜੇ ਬੀਜ ਦਾ ਖੋਲ ਬੀਜਣ ਤੋਂ ਪਹਿਲਾਂ ਜ਼ਰਾ ਨਰਮ ਹੋ ਜਾਏ। ਸਵਾਲ ਵੈਸੇ ਆ ਸਕਦਾ ਹੈ ਕਿ ਕਪਾਹ ਦਾ ਬੀਜ ਰਾਤ ਨੂੰ ਕਿਉਂ ਪਾਣੀ ਵਿੱਚ ਭਿਓਇਆ ਜਾਂਦਾ ਹੈ? ਸਿਰਫ ਆਸਾਨ ਜਿਹਾ ਜਵਾਬ, ਤਾਂ ਜੇ ਬੀਜ ਦਾ ਖੋਲ ਬੀਜਣ ਤੋਂ ਪਹਿਲਾਂ ਜ਼ਰਾ ਨਰਮ ਹੋ ਜਾਏ ਔਰ ਉਸ ਨੂੰ ਜਿੰਨੀ ਨਮੀ ਮਿਲੇਗੀ ਉਹ ਫਸਲ ਅੱਛੀ ਬਣੇਗੀ, ਫਸਲ ਅੱਛੀ ਉਗੇਗੀ। ਮਾਲ ਡੰਗਰ ਲਈ ਮਕਈ ਵੀ ਕਪਾਹ ਵਿੱਚ ਬੀਜ ਦਿੱਤੀ ਜਾਂਦੀ ਹੈ। ਇਸ ਨੂੰ ਤਰੇੜਾ ਆਖਦੇ ਨੇ। ਸਵਾਲ ਮੈਂ ਅਕਸਰ ਇਹ ਪੇਪਰ ਦੇ ਵਿੱਚ ਬੱਚਿਆਂ ਕੋਲੋਂ ਪੁੱਛਣਾ ਵਾ ਆਪਣੇ ਕਾਲਜ ਤੇ ਕਿ ਤਰੇੜਾ ਕੀ ਹੈ? ਠੀਕ ਹੈ, ਜ਼ਿਹਨ 'ਚ ਰੱਖ ਲੈਣਾ। ਹੁਣ ਇਹਦਾ ਜਵਾਬ ਜਿਹੜਾ ਹੈ ਮੈਂ ਇਹ ਲਾਈਨਾਂ ਦੋਵੇਂ ਦੁਬਾਰਾ ਪੜ੍ਹ ਦੇਣਾ ਤਾਂ ਕਿ ਤੁਸੀਂ ਉਹਨੂੰ ਸੋਚ ਲਓ। ਕਪਾਹ ਦਾ ਵੀ ਰਾਤ ਨੂੰ ਪਾਣੀ ਵਿੱਚ ਭਿਉਂ ਦਿੱਤਾ ਜਾਂਦਾ ਹੈ ਤਾਂ ਜੇ ਬੀਜ ਦਾ ਖੋਲ ਬੀਜਣ ਤੋਂ ਪਹਿਲਾਂ ਜ਼ਰਾ ਨਰਮ ਹੋ ਜਾਏ। ਮਾਲ ਡੰਗਰ ਲਈ, ਮਾਲ ਡੰਗਰ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜਾਨਵਰ ਜਿਹੜੇ ਘਰ 'ਚ ਰੱਖੇ ਜਾਂਦੇ ਨੇ ਦੁੱਧ ਤੇ ਹੋਰ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ, ਦੁੱਧ, ਗੋਸ਼ਤ, ਘਿਓ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ। ਬੱਕਰਾ, ਬੱਕਰੀ, ਭੇਡਾਂ ਤੇ ਗਾਵਾਂ, ਮੱਝਾਂ, ਇਹ ਜਿਹੜੇ ਇਹਨੂੰ ਕਹਿੰਦੇ ਨੇ ਮਾਲ ਡੰਗਰ। ਮਕਈ ਲਈ ਦੀ ਮਾਲ ਡੰਗਰ ਲਈ ਮਕਈ ਵੀ ਕਪਾਹ ਵਿੱਚ ਬੀਜ ਦਿੱਤੀ ਜਾਂਦੀ ਹੈ। ਇਸ ਨੂੰ ਤਰੇੜਾ ਆਖਦੇ। ਹੁਣ ਕਪਾਹ ਦੇ ਨਾਲ ਕੀ ਬਣਾਇਆ ਜਾਂਦਾ ਹੈ? ਸਵਾਲ ਅਹਿਮ ਹੋ ਗਿਆ, ਕਪਾਹ ਦੇ ਨਾਲ ਕੀ ਬਣਾਇਆ ਜਾਂਦਾ ਹੈ ਜਾਂ ਕਪਾਹ ਨਾਲ ਕੀ ਤਿਆਰ ਹੁੰਦਾ? ਘਰ ਦੇ ਕੱਪੜੇ, ਖੇਸ, ਚਾਦਰਾਂ ਤੇ ਕੱਤਨ, ਤੁੰਬਨ ਤੇ ਬਿਸਤਰਿਆਂ ਲਈ ਦੇਸੀ ਕਪਾਹ ਬੜੀ ਪਸੰਦ ਕੀਤੀ ਜਾਂਦੀ। ਖਾਕੀ ਕਪਾਹ ਸਿਰਫ ਖੇਸਾਂ ਤੇ ਚਾਦਰਾਂ ਲਈ ਬੀਜੀ ਜਾਂਦੀ। ਖਾਕੀ ਕਪਾਹ ਸਿਰਫ ਖੇਸਾਂ ਤੇ ਚਾਦਰਾਂ ਲਈ ਬੀਜੀ ਜਾਂਦੀ। ਗੁੜ ਸ਼ੱਕਰ ਦੀਆਂ ਜ਼ਰੂਰਤਾਂ ਲਈ ਪੁਰਾਣੇ ਜ਼ਮਾਨੇ ਤੋਂ ਹੀ ਕਮਾਦ ਬੀਜਿਆ ਜਾਂਦਾ। ਕਮਾਦ ਗੰਨੇ ਨੂੰ, ਕਮਾਦ ਦੇ ਸੰਮੇ ਲਾਏ ਜਾਂਦੇ ਨੇ। ਦੂਜੀਆਂ ਫਸਲਾਂ ਵਾਂਗੂ ਬਹੁਤੀ ਪੈਦਾਵਾਰ ਲਈ ਕਮਾਦ ਦੇ ਵੀ ਕਈ ਬੀਜ ਮਸ਼ਹੂਰ। ਕਮਾਦ ਦੇ ਸੰਮੇ 2-2, 3-3 ਫੁੱਟ ਦੇ ਫਾਸਲੇ ਤੇ ਲਾਏ ਜਾਂਦੇ, ਯਾਨੀ ਕਿ ਉਹਨਾਂ ਨੂੰ ਕੋਲ ਨਹੀਂ ਲਾਇਆ ਜਾਂਦਾ। ਜਿਵੇਂ ਕਣਕ ਦੀ ਜਿਹੜੀ ਇਹ ਫਸਲ
ਜਾਂ ਮੁੰਜੀ ਜਿਹੜੀ ਹੈ ਉਹ ਕੋਲ ਨਹੀਂ ਲੱਗਦੀ ਹੈ, ਉਸ ਤਰ੍ਹਾਂ ਇਹਨੂੰ ਨਹੀਂ ਲਾਇਆ ਜਾਂਦਾ, ਬਲਕਿ ਇਸ ਨੂੰ 2-3 ਫੁੱਟ ਦੇ ਫਾਸਲੇ ਤੇ ਲਾਇਆ ਜਾਂਦਾ। ਦੂਜੀਆਂ ਫਸਲਾਂ ਵਾਂਗੂ ਬਹੁਤੀ ਪੈਦਾਵਾਰ ਲਈ ਕਮਾਦ ਦੇ ਵੀ ਕਈ ਬੀ ਮਸ਼ਹੂਰ ਨੇ। ਕਮਾਦ ਦੇ ਸੁਮੇ 2-2, 3-3 ਫੁੱਟ ਦੇ ਫਾਸਲੇ ਤੇ ਲਾਏ ਜਾਂਦੇ ਨੇ। ਕਮਾਦ ਬਾਰੇ ਸਿਆਣਿਆਂ ਦਾ ਅਖਾਣ ਹੈ। ਹੁਣ ਜਿਹੜੀ ਇਹ ਕਮਾਦ ਦੇ ਜਿਹੜੇ ਸੁਮੇ ਨੇ ਉਹ ਲਾਏ ਜਾਂਦੇ ਨੇ। ਕਮਾਦ ਦੀ ਅੱਖ, ਯਾਨੀ ਕਿ ਜਦੋਂ ਕਮਾਦ ਤੁਸੀਂ ਦੇਖਿਆ ਹੋਗਾ, ਕਮਾਦ ਜਿਹੜੀ ਹੈ ਇੱਕ ਗੰਢ ਜਿਹੜੀ ਹੈ ਹਰ ਕੋਈ ਅੱਧੇ ਫੁੱਟ ਦੇ ਨੇੜੇ ਤੇੜੇ ਉਹ ਬਣਦੀ ਹੈ, ਤੇ ਉਸ ਨੂੰ ਕੱਟ ਕੇ ਉਹ ਸੁਮੇ ਜਿਹੜੇ ਨੇ ਉਹ ਲਾਤੇ ਜਾਂਦੇ। ਕਮਾਦ ਬਾਰੇ ਸਿਆਣਿਆਂ ਦਾ ਅਖਾਣ ਹੈ। ਸਿਆਣੇ ਜਿਹੜੇ ਸਮਝਦਾਰ ਲੋਕ ਨੇ, ਅਖਾਣ, ਪ੍ਰਭਾਵ, ਕਹਾਵਤ। ਕਮਾਦ ਲਾ ਫੱਗਣ, ਵੇਖ ਕਮਾਦ ਦਾ ਫੱਬਣ। ਇਹਦੇ ਵਾਸਤੇ ਥੋੜੀ ਜਿਹੀ ਪਹਿਲੇ ਗੱਲ ਨੂੰ ਬੁਨਿਆਦ ਬਣਾ ਦਿੱਤੀ ਜਾਏ ਕਿ ਪੰਜਾਬੀ ਦੇ ਜਿਹੜੇ ਮਹੀਨੇ ਨੇ, ਜਿਹੜੇ ਗਰਮੀ ਜਿਹੜੇ ਲਿਖਿਆ ਜਾਂਦੇ ਨੇ, ਗਰਮ ਜੀਤ ਨੇ ਜਿਹੜੇ ਬਣਾਏ ਗਰਮੀ, ਉਹ ਜਿਹੜੇ ਨੇ ਉਸ ਨੂੰ ਜ਼ਰੂਰ ਯਾਦ ਕਰੋ। ਗਰਮੀ ਸਾਲ ਦੇ ਵਿੱਚ ਉਹ ਵਰਤੇ ਜਾਂਦੇ ਨੇ। ਚੇਤ, ਵਿਸਾਖ, ਜੇਠ, ਹਾੜ, ਸਾਵਨ, ਭਾਦੋਂ, ਅੱਸੂ, ਕੱਤੇ, ਮੱਘਰ, ਪੋਹ, ਮਾਘ, ਫੱਗਣ। ਇਹ 12 ਮਹੀਨੇ ਜ਼ਰੂਰ ਤੁਸੀਂ ਯਾਦ ਕਰੋ। ਔਰ ਤੁਸੀਂ ਵੇਖੋ ਕਿ ਪੰਜਾਬੀ ਉਹ ਲੋਕ ਨੇ ਜਿਨ੍ਹਾਂ ਨੇ ਪੂਰੇ ਵੇਲੇ ਨੂੰ ਪਹਿਰਾਂ ਦੇ ਵਿੱਚ ਵੰਡਿਆ। ਪਹਿਰਾਂ ਦੇ ਵਿੱਚ ਵੰਡਿਆ, ਯਾਨੀ 8 ਜਿਹੜੇ ਨੇ ਪਹਿਰ ਬਣਾਏ। ਉਹਨਾਂ ਦਿਨਾਂ ਦੇ ਨਾਂ, ਮਹੀਨਿਆਂ ਦੇ ਨਾਂ, ਸਾਲਾਂ ਦੇ ਵਿੱਚ ਵੰਡ ਕੀਤੀ। ਅੱਜ ਜਿਹੜਾ ਬਿਕਰਮੀ ਜੀਤ 2077 ਬਿਕਰਮੀ ਚੱਲ ਰਿਹਾ, ਯਾਨੀ ਕਿ ਅਸੀਂ ਦੁਨੀਆ ਦੇ ਉਸ ਵੇਲੇ ਦੇ ਪੜ੍ਹੇ ਲਿਖੇ ਤੇ ਸਿਆਣੇ ਲੋਕਾਂ ਦੇ ਵਿੱਚ ਸ਼ੁਮਾਰ ਹੁੰਦੇ ਸਾਂ, ਜਦੋਂ ਪੂਰੀ ਦੁਨੀਆ ਜਹਾਲਤ ਦੇ ਵਿੱਚ ਸੀ ਔਰ ਉਹ ਇਲਮ ਤੋਂ ਕੋਸਾਂ ਦੂਰ ਸੀ। ਜ਼ਰਾਤ ਦੇ ਹਵਾਲੇ ਨਾਲ ਕਿ ਅਸੀਂ ਉਦੋਂ ਫਸਲਾਂ ਬਣਾਉਣਾ ਸ਼ੁਰੂ ਕਰਤੀਆਂ, ਫਸਲਾਂ ਉਗਾਉਣਾ ਸ਼ੁਰੂ ਕਰਤੀਆਂ, ਆਪਣੇ ਤਨ ਨੂੰ ਢੱਕਣਾ ਸ਼ੁਰੂ ਕਰਤਾ ਔਰ ਜੀਣ ਦੇ ਤਰੀਕੇ ਸਿੱਖ ਲਏ, ਜਦੋਂ ਪੂਰੀ ਦੁਨੀਆ ਜਿਹੜੀ ਹੈ ਉਹ ਹਾਲੇ ਗਾਰਾਂ ਵਿੱਚ ਰਹਿ ਰਹੀ ਸੀ। ਉਹ ਹਾਲੇ ਉਹਨਾਂ ਕੋਲ ਸੂਝ-ਬੂਝ, ਅਕਲ ਨਾਂ ਦੀ ਕੋਈ ਸ਼ੈ ਨਹੀਂ ਸੀ। ਇਸ ਲਈ ਜ਼ਿਆਦਾਤਰ ਲੋਕ ਇੱਧਰ ਨੂੰ ਆ ਰਹੇ ਸੀ, ਇੱਧਰੋਂ ਉੱਧਰ ਨਹੀਂ ਸੀ ਜਾ ਰਹੇ। ਯਾਨੀ ਅਗਰ ਅਸੀਂ ਉਹ ਸਾਰੀ ਹਿਸਟਰੀ ਦੇਖੀਏ ਤੇ ਉਸ ਦੇ ਵਿੱਚ ਸਾਡੇ ਕੋਲ ਇਲਮ ਵੀ ਸੀ, ਸਾਡੇ ਕੋਲ ਵਸੇਬ ਵੀ ਸੀ, ਤੇ ਸਾਡੇ ਕੋਲ ਤਹਿਜ਼ੀਬ ਤਮੱਦਨ ਵੀ ਸੀ, ਜਿਸ ਨਾਲ ਅਸੀਂ ਮੁਆਸ਼ਰੇ ਦੇ ਵਿੱਚ ਰਹਿ ਰਹੇ ਨੇ। ਅੱਜ ਵੀ ਅਸੀਂ ਜਿਹੜੇ ਹੜੱਪਾ ਦੀਆਂ ਸ਼ੈਵਾਂ ਵੇਖਨੇ ਆ ਤੇ ਉਹਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਕਿ ਅਸੀਂ ਇੱਕ ਤਹਿਜ਼ੀਬ ਯਾਫਤਾ ਕੌਮ ਦੇ ਵਿੱਚੋਂ ਆ। ਪੰਜਾਬੀਆਂ ਦੇ ਬਾਰੇ ਕਿਸੇ ਨੇ ਬੜੀ ਸੋਹਣੀ ਗੱਲ ਕੀਤੀ ਕਿ ਪੰਜਾਬੀ ਅੱਜ ਵੀ ਜਿਹੜੀਆਂ ਸ਼ੈਵਾਂ ਵਰਤਦੇ ਨੇ, ਅਸੀਂ ਉਹ ਵੇਖ ਲਈਏ ਤੇ ਜਾਂ 5000 ਸਾਲ ਕਬਲ ਮਸੀਹ ਜਾਂ 5000 ਵਰੇ ਪਹਿਲਾਂ ਦੀਆਂ ਜਿਹੜੀਆਂ ਥੇਵਾਂ ਚੋਂ ਚੀਜ਼ਾਂ ਨਿਕਲੀਆਂ ਨੇ ਪੰਜਾਬ ਤੇ ਉਹ ਸੇਮ ਨੇ। ਅੱਜ ਵੀ ਘੜੇ ਦੀ ਘੜਾ ਜਿਹੜਾ ਟੁੱਟਿਆ ਹੋਇਆ, ਉਹਦੀ ਚਿੱਪਰ ਜਾਂ ਟਿੱਕਰ ਲਈ ਹੋਏ ਦੇਖੋ, ਤੇ ਉਹ ਵੀ ਉਂਝ ਦੀ ਸੀ ਜਿਹੜੀ ਅੱਜ ਤੋਂ 5000 ਵਰੇ ਪਹਿਲਾਂ ਸੀ। ਅੱਜ ਵੀ ਭੜੋਲੇ ਉਸੇ ਤਰ੍ਹਾਂ ਹੀ ਬਣਾਏ ਜਾਂਦੇ। ਅੱਜ ਵੀ ਫਸਲਾਂ ਦਾ ਸਿਸਟਮ ਜਿਹੜਾ ਹੈ ਉਗਾਉਣ ਦਾ ਉਹ ਉਸੇ ਤਰ੍ਹਾਂ ਦਾ ਹੈ। ਫਿਰ ਸਾਡੀ ਰਹਿਤ ਬਹਿਤ ਉਸੇ ਤਰ੍ਹਾਂ ਦੀ। ਬਹੁਤ ਜ਼ਿਆਦਾ ਵਸੇਬੀ ਜਿਹੜੇ ਚਲਕਾਰੇ ਨੇ ਉਸੇ ਤਰ੍ਹਾਂ ਦੇ ਨਜ਼ਰ ਆਉਂਦੇ ਨੇ। ਬਾਕੀ ਸਾਇੰਸ ਨੇ ਜਿਹੜੀਆਂ ਮੁਤਾਸਿਰ ਕੀਤੀਆਂ, ਟੈਕਨੋਲੋਜੀ ਨੇ ਜਿਹੜੀਆਂ ਚੀਜ਼ਾਂ ਮੁਤਾਸਿਰ ਕੀਤੀਆਂ, ਉਸ ਨੂੰ ਅਸੀਂ ਅਪਣਾਇਆ, ਅਸੀਂ ਉਸ ਨੂੰ ਵੇਖਿਆ ਔਰ ਚੱਲੇ, ਉਹ ਵੀ ਨਾਲ ਨਾਲ ਜਿਹੜੀਆਂ ਨੇ ਜ਼ਰੂਰੀ ਨੇ। ਹੁਣ ਅਸੀਂ ਫਿਰ ਕਮਾਦ ਤੇ ਆ ਜਾਂਦੇ ਹਾਂ। ਕਮਾਦ ਲਾ ਫੱਗਣ, ਵੇਖ ਕਮਾਦ ਦਾ ਫੱਬਣ। ਜੇ ਫੱਗਣ ਦੇ ਮਹੀਨੇ 'ਚ ਕਮਾਦ ਲੱਗਾ ਤੇ ਕਮਾਦ ਬੜਾ ਫੱਬੇਗਾ, ਬਹੁਤ ਖੂਬਸੂਰਤ। ਫੱਬਣ ਤੋਂ ਮੁਰਾਦ ਜਿਹੜਾ ਹੈ ਉਹ ਖੂਬਸੂਰਤ। ਕਮਾਦ ਲਾ ਚੇਤਰ, ਵੇਖ ਖੇਤਰਾਂ ਦੇ। ਜੇ ਚੇਤਰ ਦੇ ਵਿੱਚ, ਚੇਤ ਦੇ ਮਹੀਨੇ ਵਿੱਚ ਕਮਾਦ ਲੱਗਾ ਹੈ ਤੇ ਉਹਦੀ ਫਸਲ ਵੱਧ ਤੋਂ ਵੱਧ ਹੋਣੀ। ਖੇਤਰਾਂ ਦੇ ਖੇਤਰ ਯਾਨੀ ਖੇਤ ਹੀ ਖੇਤ। ਕਮਾਦ ਲਾ ਵਿਸਾਖ, ਰੱਖ ਅੱਲਾ ਦੀ ਆਸ। ਜੇ ਵਿਸਾਖ 'ਚ ਲੱਗਾ ਹੈ ਤੇ ਫਿਰ ਅੱਲਾ ਦੀ ਆਸ ਹੀ ਹੈ, ਉਮੀਦ ਹੀ ਹੈ, ਉਸ ਤੋਂ ਇਲਾਵਾ ਸਾਨੂੰ ਕੁਛ ਨਹੀਂ ਹੋ ਸਕਦਾ। ਬਹੁਤ ਮੁਸ਼ਕਿਲ ਹੈ
ਕਿ ਉਹ ਫਸਲ ਜਿਹੜੀ ਹੈ ਉਹ ਵਧੇ ਫੁੱਲੇ। ਕਮਾਦ ਲਾ ਜੇਠ ਉੜ ਉੜ ਪਿਆ ਵੇਖ, ਕਿ ਨੀਵਾਂ ਹੋ ਕੇ ਵੇਖ ਕਿਦੋਂ ਉੱਗੇਗਾ। ਯਾਨੀ ਅਗਰ ਜੇ ਜੇਠ ਦੇ ਵਿੱਚ ਲਾਇਆ ਹੈ ਤੇ ਫਿਰ ਨੀਵਾਂ ਹੋ ਕੇ ਵੇਖ ਕੇ ਕਿਦੋਂ ਉੱਗੇਗਾ, ਉਹਦਾ ਉੱਗਣਾ ਨਾਮੁਮਕਿਨਾਂ ਵਿੱਚੋਂ ਹੀ ਸ਼ਾਮਿਲ। ਇਸ ਲਈ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ, ਔਰ ਇਹ ਪੰਜਾਬੀ ਜਿਹੜੇ ਨੇ ਜਿਹੜੇ ਫਸਲਾਂ ਉਗਾ ਰਹੇ ਨੇ ਉਹਨਾਂ ਨੂੰ ਪਤਾ ਹੈ ਕਿਹੜੇ ਮੌਸਮ 'ਚ ਕਿਹੜੀ ਸ਼ੈ ਉਗਾਣੀ ਹੈ ਤੇ ਉਹਦਾ ਕਿਹੜਾ ਮੌਸਮ ਹੈ। ਯਾਨੀ ਮੂੰਜੀ ਦੇ ਮੌਸਮ ਵਿੱਚ ਕਣਕ ਨਹੀਂ ਉੱਗ ਰਹੀ, ਔਰ ਕਣਕ ਦੇ ਮੌਸਮ ਵਿੱਚ ਕਣਕ ਜਦੋਂ ਅਸੀਂ ਵੱਢ ਰਹੇ ਹਾਂ ਜਾਂ ਅਸੀਂ ਉਦੋਂ ਕਣਕ ਨਹੀਂ ਉਗਾ ਸਕਦੇ। ਯਾਨੀ ਹਰ ਚੀਜ਼ ਦਾ ਇੱਕ ਵੇਲਾ ਮੁਕਰਰ ਕਰ ਦਿੱਤਾ ਗਿਆ, ਔਰ ਉਸ ਵੇਲੇ ਉਹ ਮੁਨਾਸਿਬ ਮਾਹੌਲ ਤੇ ਮੌਸਮ ਦੀ ਵਜ੍ਹਾ ਨਾਲ ਹੀ ਹੁੰਦੇ ਨੇ। ਕਮਾਦ ਦੀ ਵੀ ਕੋਈ ਸ਼ੈ ਜ਼ਾਇਆ ਨਹੀਂ ਜਾਂਦੀ। ਗੰਨੇ ਦੀ ਰੋਹ, ਫਿਰ ਰੋਹ ਤੋਂ ਗੁੜ, ਸ਼ੱਕਰ ਤੇ ਖੰਡ ਬਣ ਜਾਂਦੇ। ਵੇ ਮੈਂ ਰੋਹ ਦੀ ਖੀਰ ਪਕਾਵਾਂ, ਵੇ ਮੈਂ ਰੋਹ ਦੀ ਖੀਰ ਪਕਾਵਾਂ, ਜੇ ਕਮਾਦ ਵਿੱਚੋਂ ਸੂਰ ਨਿਕਲੇ। ਇੱਕ ਤੇ ਇਹਦਾ ਇਹ ਬੋਲੀ ਦਾ ਮਤਲਬ ਇਹ ਵੀ ਹੋ ਗਿਆ ਕਿ ਜੇ ਸੂਰ ਨਿਕਲ ਜਾਏ ਉਸ ਸਾਡੇ ਕਮਾਦ ਚੋਂ ਤੇ ਅਸੀਂ ਖੁਸ਼ੀ ਨਾਲ ਵੀ। ਦੂਜੀ ਸ਼ੈ, ਸੂਰ ਉਸੇ ਹੀ ਕਮਾਦ ਵਿੱਚ ਵੜੇਗਾ ਜਿੱਥੇ ਫਸਲ ਵਧੀਆ ਹੋਏਗੀ, ਔਰ ਦੋਵੇਂ ਚੀਜ਼ਾਂ ਹੀ ਇਹਦੇ ਵਿੱਚ ਨਜ਼ਰ ਆ ਗਈ। ਵੇ ਮੈਂ ਰੋਹ ਦੀ ਖੀਰ ਪਕਾਵਾਂ, ਜੇ ਕਮਾਦ ਵਿੱਚੋਂ ਸੂਰ ਨਿਕਲੇ। ਆਗ ਮਾਲ ਡੰਗਰ ਦੇ ਪੱਠਿਆਂ ਲਈ ਤੇ ਛੂਈ ਤੇ ਚੂਰਾ ਬਾਲਣ ਦੇ ਕੰਮ ਵੀ ਆ ਜਾਂਦਾ ਹੈ। ਯਾਨੀ ਉਹਨਾਂ ਦੀ ਜਿਹੜੀ ਫੋਕ ਹੈ, ਉਹ ਜਿਹੜੀਆਂ ਚੀਜ਼ਾਂ ਬਾਦੋਂ ਰਹਿ ਗਈਆਂ, ਸਵਾਲ ਇੱਥੇ ਆ ਜਾਂਦਾ ਹੈ ਕਿ ਕਮਾਦ ਨਾਲ ਕੀ ਕੀ ਬਣਦਾ ਹੈ। ਗੰਨੇ ਦੀ ਰੋਹ, ਫਿਰ ਰੋਹ ਤੋਂ ਗੁੜ, ਸ਼ੱਕਰ ਤੇ ਖੰਡ ਬਣ ਜਾਂਦਾ ਹੈ। ਮਕਈ, ਬਾਜਰਾ, ਤੋਰੀਆ, ਗਵਾਰਾ, ਦਾਲਾਂ ਤੇ ਉਹ ਫਸਲਾਂ ਜਿਹੜੀਆਂ ਥੋੜ੍ਹੀਆਂ ਥੋੜ੍ਹੀਆਂ ਬੀਜੀਆਂ ਜਾਂਦੀਆਂ ਨੇ, ਉਹਨਾਂ ਦਾ ਤਫਸੀਲੀ ਜ਼ਿਕਰ ਇੱਥੇ ਮੁਮਕਿਨ ਨਹੀਂ। ਯਾਨੀ ਕਿ ਲਿਖਾਰੀ ਡਾਕਟਰ ਮੁਹੰਮਦ ਬਸ਼ੀਰ ਗੁਰਾਇਆ ਹੋਰਾਂ ਨੇ ਉਹ ਫਸਲਾਂ ਜਿਹੜੀਆਂ ਬਹੁਤ ਥੋੜ੍ਹੀਆਂ ਉਗਾਈਆਂ ਜਾਂਦੀਆਂ ਨੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ। ਮਕਈ, ਬਾਜਰਾ, ਤੋਰੀਆ, ਗਵਾਰ ਤੇ ਦਾਲਾਂ। ਸਰਕਾਰੀ ਤੌਰ ਤੇ ਪੰਜਾਬ ਦੀਆਂ ਫਸਲਾਂ ਨੂੰ ਦੋ ਮੌਸਮਾਂ ਵਿੱਚ ਵੰਡਿਆ ਗਿਆ, ਇੱਕ ਰਬੀ, ਹਾੜੀ, ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਜਿਹੜੇ ਮਹੀਨਿਆਂ ਦੇ ਨਾਂ, ਤੇ ਦੂਜੀਆਂ ਖਰੀਫ ਸਾਉਣੀ ਦੀਆਂ ਫਸਲਾਂ, ਯਾਨੀ ਜਿਹੜੀਆਂ ਹਾੜ 'ਚ ਉਗ ਰਹੀਆਂ ਨੇ, ਜਿਹੜੀਆਂ ਸਾਉਣ 'ਚ। ਅੱਜ ਕੱਲ੍ਹ ਬਾਗਬਾਨੀ, ਪੋਲਟਰੀ ਫਾਰਮ, ਗੋਟ ਫਾਰਮ, ਡੇਅਰੀ ਫਾਰਮ, ਸਟੱਡ ਫਾਰਮ, ਡਕ ਫਾਰਮ, ਫਿਸ਼ ਫਾਰਮ। ਬਾਗਬਾਨੀ ਵਿੱਚ ਰੁੱਖ ਲਾਏ ਜਾ ਰਹੇ ਨੇ, ਫੁੱਲ ਪੌਦੇ ਬੂਟੇ। ਪੋਲਟਰੀ ਫਾਰਮ ਦੇ ਵਿੱਚ ਮੁਰਗੀਆਂ ਪਾਲਣ ਦਾ, ਯਾਨੀ ਕਿ ਜਿਹਦੇ ਵਿੱਚ ਮੁਰਗੀਆਂ ਜਿਹੜੀਆਂ ਨੇ ਉਹ ਚਿਕਨ ਵਾਸਤੇ, ਗੋਸ਼ਤ ਵਾਸਤੇ, ਅੰਡਿਆਂ ਵਾਸਤੇ ਜਿਹੜੀਆਂ ਨੇ ਇਸਤੇਮਾਲ ਹੋ ਰਹੀਆਂ। ਗੋਟ ਫਾਰਮ, ਜਿੱਥੇ ਬੱਕਰੇ ਬੱਕਰੀਆਂ ਪਾਲੀਆਂ ਜਾਏ, ਗੋਟ ਫਾਰਮ। ਦੁੱਧ ਦੇ ਚਮੜੇ ਦੀ ਜ਼ਰੂਰਤ, ਗੋਸ਼ਤ ਦੀ ਜ਼ਰੂਰਤ ਪੂਰੀ ਕਰਨ ਵਾਸਤੇ। ਡੇਅਰੀ ਫਾਰਮ, ਦੁੱਧ ਵਾਸਤੇ। ਸਟੱਡ ਫਾਰਮ, ਜਿੱਥੇ ਘੋੜੇ ਪਾਲੇ ਜਾ ਰਹੇ ਨੇ, ਘੋੜਿਆਂ ਦੀ ਦੇਖਭਾਲ ਵਾਸਤੇ। ਡਕ, ਬੱਤਖਾਂ। ਫਿਸ਼ ਫਾਰਮ, ਮੱਛੀ ਜਿੱਥੇ ਪਾਲੀ ਜਾ ਰਹੀ ਹੈ। ਸ਼ਹਿਦ ਦੀਆਂ ਮੱਖੀਆਂ ਤੇ ਰੇਸ਼ਮ ਦੇ ਕੀੜੇ ਪਾਲਣ ਵੀ ਜ਼ਰਾਤ ਵਿੱਚ ਸ਼ਾਮਿਲ ਕਰ ਨੇ। ਯਾਨੀ ਕਿ ਇਹ ਜਿਹੜੇ ਸਿਰਫ ਫਸਲਾਂ ਉਗਾਉਣਾ ਨਹੀਂ, ਬਲਕਿ ਬਾਗਬਾਨੀ, ਪੋਲਟਰੀ ਫਾਰਮ, ਗੋਟ ਫਾਰਮ, ਡੇਅਰੀ ਫਾਰਮ, ਸਟੱਡ ਫਾਰਮ, ਡਕ ਫਾਰਮ, ਫਿਸ਼ ਫਾਰਮ, ਸ਼ਹਿਦ ਦੀਆਂ ਮੱਖੀਆਂ ਤੇ ਰੇਸ਼ਮ ਦੇ ਕੀੜੇ ਪਾਲਣ ਵੀ ਜ਼ਰਾਤ ਵਿੱਚ ਸ਼ਾਮਿਲ ਕਰ ਦਿੱਤੇ ਗਏ ਨੇ। ਪੰਜਾਬ ਦੀਆਂ ਫਸਲਾਂ ਦੀ ਇੱਕ ਹੋਰ ਤਰੀਕੇ ਨਾਲ ਵੀ ਵੰਡ ਕੀਤੀ ਜਾਂਦੀ ਹੈ। ਇਸ ਵੰਡ ਮੁਜਬ ਇੱਕ ਅਨਾਜ ਯਾਨੀ ਸਿੱਟਿਆਂ ਵਾਲੀਆਂ ਫਸਲਾਂ, ਜਿਹਦੇ ਸਿੱਟੇ ਨੇ, ਕਿਹੜੀਆਂ ਨੇ? ਸਵਾਲ ਆ ਜਾਏਗਾ ਕਿ ਸਿੱਟੇ ਵਾਲੀਆਂ ਫਸਲਾਂ ਕਿਹੜੀਆਂ ਨੇ? ਕਣਕ, ਮਕਈ, ਬਾਜਰਾ, ਮੁੰਜੀ, ਸਵਾਂਗ ਤੇ ਕੰਗਣੀ ਵਗੈਰਾ। ਦੂਜੀਆਂ ਫਲੀਦਾਰ ਯਾਨੀ ਰੋਗਨ ਵਾਲੀਆਂ ਫਸਲਾਂ। ਦੂਜਾ ਸਵਾਲ, ਫਲੀਦਾਰ ਜਾਂ ਰੋਗਨ ਵਾਲੀਆਂ ਫਸਲਾਂ ਕਿਹੜੀਆਂ ਨੇ? ਤੋਰੀਆ, ਮੂੰਗਫਲੀ, ਸਰਿਓਂ, ਰਾਈ, ਤਾਰਾ ਮੀਰਾ, ਗਵਾਰਾ, ਤਿਲ ਤੇ ਅਲਸੀ। ਪਰ ਸੂਰਜਮੁਖੀ, ਸੋਇਆਬੀਨ, ਬਨੋਲੇ, ਮਕਈ, ਤੋਰੀਆ ਤੇ ਸਰਿਓਂ ਦੇ ਤੇਲ ਅੱਜ ਕੱਲ੍ਹ ਆਮ ਤੌਰ ਤੇ ਖਾਣਿਆਂ ਵਿੱਚ ਇਸਤੇਮਾਲ ਹੋ, ਯਾਨੀ ਕਿ ਉਹਨਾਂ ਦੇ ਖਾਣੇ ਜਿਹੜੇ ਨੇ ਉਹ ਪਕਾਏ ਜਾਂਦੇ ਨੇ, ਖਾਣਿਆਂ ਵਿੱਚ ਇਸਤੇਮਾਲ ਹੋ ਰਹੇ ਨੇ। ਤੀਜੀਆਂ ਰੇਸ਼ੇਦਾਰ ਯਾਨੀ ਧਾਗੇ ਵਾਲੀਆਂ ਫਸਲਾਂ, ਯਾਨੀ ਤੀਜੀਆਂ ਫਸਲਾਂ ਰੇਸ਼ੇਦਾਰ ਫਸਲਾਂ ਕਿਹੜੀਆਂ ਨੇ?
ਜਿਵੇਂ ਅਸੀਂ ਪਿੱਛੇ ਵੀ ਦੇਖਿਆ ਸੀ ਕਪਾਹ, ਇਹਨਾਂ ਵਿੱਚ ਕਪਾਹ, ਸਿੰਨ, ਸੰਕੜਾ ਤੇ ਪਟ ਸਿੰਨ ਦਾ ਜ਼ਿਕਰ ਕੀਤਾ ਜਾਂਦਾ ਹੈ। ਦਾਲਾਂ ਵੀ ਫਲੀਦਾਰ ਫਸਲਾਂ ਵਿੱਚ ਸ਼ਾਮਿਲ ਨੇ, ਪਰ ਇਹ ਰੋਗਨਦਾਰ ਨਹੀਂ, ਯਾਨੀ ਕਿ ਇਹ ਰੋਗਨਦਾਰ ਫਸਲਾਂ ਵਿੱਚ ਸ਼ਾਮਿਲ ਨਹੀਂ ਹੋਣਗੀਆਂ, ਇਹ ਫਲੀਦਾਰ ਫਸਲਾਂ ਵਿੱਚ ਸ਼ਾਮਿਲ ਹੋਣਗੀਆਂ ਦਾਲਾਂ। ਅਲਸੀ ਦਾ ਜ਼ਿਕਰ ਆਇਆ ਤੇ ਅਲਸੀ ਦੇ ਹਵਾਲੇ ਨਾਲ ਤੁਹਾਨੂੰ ਇੱਕ ਸ਼ੇਰ ਯਾਦ ਕਰਵਾਵਾਂ। ਅਲਸੀ ਦੇ ਉਸ ਫੁੱਲ ਨੂੰ ਉਹਦੇ ਘਰ ਉਤਾਰ ਕੇ ਆਏ, ਅਲਸੀ ਦੇ ਉਸ ਫੁੱਲ ਨੂੰ ਉਹਦੇ ਘਰ ਉਤਾਰ ਕੇ ਆਏ, ਹਾਲੇ ਤੀਕਰ ਮਹਿਕ ਰਹੀ ਏ ਨਾਲ ਦੀ ਖਾਲੀ ਸੀਟ, ਹਾਲੇ ਤੀਕਰ ਮਹਿਕ ਰਹੀ ਏ ਨਾਲ ਦੀ ਖਾਲੀ ਸੀਟ। ਜ਼ਰਾਅਤ ਦਾ ਤੀਜਾ ਤੇ ਵੱਡਾ ਜੁਜ਼ ਅਫਰਾਦੀ ਕੂਵਤ, ਯਾਨੀ ਜਿੱਥੇ ਲੋਕ ਜਿਹੜੇ ਉਹ ਕਿਵੇਂ ਇਸਦਾ ਹਿੱਸਾ ਬਣਦੇ ਨੇ। ਵਾਈ ਬੀਜੀ ਦੇ ਕੰਮ ਲਈ ਜਿੰਨੇ ਜੀ ਹੋਵਨ ਥੋੜੇ ਨੇ। ਇਸ ਪੇਸ਼ੇ ਵਿੱਚ ਅਫਰਾਦੀ ਕੂਵਤ ਨੂੰ ਬੜੀ ਅਹਿਮੀਅਤ ਹਾਸਿਲ ਹੈ। ਹਲ ਪੰਜਾਲੀ ਦੇ ਜ਼ਰੀਏ ਜਾਨਵਰਾਂ ਦਾ ਜ਼ਰਾਅਤ ਲਈ ਇਸਤੇਮਾਲ ਵੀ ਅਫਰਾਦੀ ਕੂਵਤ ਵਿੱਚ ਵਾਧੇ ਦਾ ਮੂਜਬ ਬਣੇ। ਯਾਨੀ ਜਦੋਂ ਜਾਨਵਰ ਵਰਤਣ ਲੱਗੇ ਜਾਣ ਲੱਗੇ ਤਾਂ ਇਨਸਾਨ ਜਿਹੜੇ 20 ਬੰਦੇ ਇੱਕ ਖੇਤ ਨੂੰ ਵਾਹੁੰਦੇ ਸੀ, ਉਹਦੇ ਵਿੱਚ ਜਾਨਵਰ ਜਿਹੜੇ ਨੇ ਉਹ 2 ਜਾਨਵਰ ਉਸ ਖੇਤ ਨੂੰ ਵਾਹੁਣ ਲੱਗੇ, ਕਿਉਂਕਿ ਉਹ ਤਾਕਤ ਦੀ ਵਿੱਚ ਇਨਸਾਨਾਂ ਤੋਂ ਵੱਧ ਹੁੰਦੇ। ਸਾਡੇ 3 ਤਬਕੇ ਜ਼ਰਾਅਤ ਦੇ ਪੇਸ਼ੇ ਨਾਲ ਤਾਲੁਕ ਰੱਖਦੇ। ਸ਼ਾਰਟ ਕੁਐਸਚਨ ਵਿੱਚ ਆ ਜਾਏਗਾ ਕਿ ਸਾਡੇ ਕਿਹੜੇ ਤਬਕੇ ਜਿਹੜੇ ਜ਼ਰਾਅਤ ਦੇ ਪੇਸ਼ੇ ਨਾਲ ਤਾਲੁਕ ਰੱਖਦੇ ਨੇ। ਇੱਕ ਵੱਡੇ ਜਗੀਰਦਾਰ ਜਿਹੜੇ ਮਾਲਦਾਰ ਨੇ, ਜਿਨ੍ਹਾਂ ਕੋਲ ਆਪਣੀਆਂ ਜਗੀਰਾਂ ਨੇ ਔਰ ਬੇਤਹਾਸ਼ਾ ਜਗੀਰਾਂ ਨੇ, ਤੇ ਜਗੀਰਦਾਰ ਤੇ ਜ਼ਮੀਂਦਾਰ। ਦੂਜੇ ਦਰਮਿਆਨੇ ਤੇ ਛੋਟੇ ਦਰਜੇ ਦੇ ਜ਼ਮੀਂਦਾਰ, ਜਿਨ੍ਹਾਂ ਕੋਲ ਥੋੜੀ ਜ਼ਮੀਨਾਂ ਨੇ, 1 ਮੁਰੱਬਾ ਹੋ ਗਈ, 2 ਮੁਰੱਬੇ ਹੋ ਗਈ, ਥੋੜੀਆਂ ਜ਼ਮੀਨਾਂ। ਤੇ ਤੀਜੇ ਮਜ਼ਾਰੇ, ਰਾਹਕ ਤੇ ਹਾਰੀ। ਤੇ ਤੀਜੇ ਜਿਹੜੇ ਨੇ ਉਹ ਮਜ਼ਾਰੇ ਨੇ, ਰਾਹਕ ਨੇ ਜਾਂ ਹਾਰੀ ਨੇ, ਕਿ ਉਹ ਦੂਜਿਆਂ ਕੋਲੋਂ ਜ਼ਮੀਨ ਲੈ ਕੇ ਉਹਨਾਂ ਤੇ ਵਾਈ ਬੀਜੀ ਕਰਦੇ ਨੇ ਤੇ ਫਿਰ ਉਹਨਾਂ ਨੂੰ ਉਹਨਾਂ ਦਾ ਹਿੱਸਾ ਦੇ ਦਿੰਦੇ। ਪਰ ਦਰਮਿਆਨੇ ਦਰਜੇ ਦੇ ਜ਼ਮੀਂਦਾਰ ਤੇ ਮਜ਼ਾਰੇ ਜ਼ਰਾਅਤ ਵਿੱਚ ਮਰਕਜ਼ੀ ਕਿਰਦਾਰ ਅਦਾ ਕਰ ਰਹੇ ਹੁੰਦੇ। ਕੁਝ ਯਾਨੀ ਜ਼ਮੀਂਦਾਰ ਜਿਹੜੇ ਛੋਟੇ ਦਰਜੇ ਦੇ ਜਾਂ ਦੂਜੇ ਦਰਜੇ ਦੇ ਜ਼ਮੀਂਦਾਰ ਨੇ ਉਹ ਜ਼ਮੀਨਾਂ ਵਾਹ ਰਹੇ ਨੇ, ਤੇ ਤੀਜੇ ਜਿਹੜੇ ਮਜ਼ਾਰੇ ਜਿਹੜੇ ਨੇ ਜਾਂ ਰਾਹਕ ਜਾਂ ਹਾਰੀ ਨੇ ਉਹ ਮਜ਼ਦੂਰੀ ਵੀ ਕਰ ਰਹੇ ਨੇ ਔਰ ਉਹਨਾਂ ਕੋਲ ਆਪਣੀ ਜ਼ਮੀਨ ਵੀ ਨਹੀਂ ਹੁੰਦੀ। ਬਹੁਤ ਜ਼ਿਆਦਾ ਜਿਹੜੇ ਨੇ ਉਹ ਬਗੈਰ ਜ਼ਮੀਨ ਤੋਂ ਹੀ ਹੋ ਕੇ ਲੋਕਾਂ ਦਾ ਕੰਮਕਾਜ ਕਰਕੇ ਹੀ ਸੇਪੀ ਲੈਂਦੇ ਨੇ। ਇੱਕ ਜ਼ਮਾਨੇ ਵਿੱਚ ਜ਼ਰਾਅਤ ਲਈ ਬਹੁਤ ਬੰਦਿਆਂ ਦੀ ਜ਼ਰੂਰਤ ਹੁੰਦੀ ਸੀ। ਘਰ ਵਿੱਚ ਜਿੰਨੇ ਜੀ ਬਹੁਤੇ ਹੁੰਦੇ ਓਨੀ ਖੁਸ਼ਹਾਲੀ ਜ਼ਿਆਦਾ। ਪਰ ਜਿਸ ਘਰ ਵਿੱਚ ਮਰਦ ਘੱਟ ਹੁੰਦੇ ਉਸ ਘਰ ਦੀਆਂ ਸਵਾਣੀਆਂ ਨੂੰ ਵੀ ਖੇਤਾਂ ਵਿੱਚ ਕੰਮ ਕਰਨੇ ਪੈਂਦੇ ਸਨ। ਯਾਨੀ ਸਵਾਣੀਆਂ, ਜਿਵੇਂ ਕਿ ਕੱਲ ਦੀ ਕਲਾਸ ਵਿੱਚ ਵੀ ਸੀ ਕਿ ਸਵਾਣੀਆਂ ਮਰਕਜ਼ੀ ਕਿਰਦਾਰ ਅਦਾ ਕਰਦੀਆਂ ਸਨ, ਸਗੋਂ ਵਾਈ ਬੀਜੀ ਦਾ ਮੁੱਢ ਹੀ ਉਹਨਾਂ ਦੇ ਕੋਲੋਂ ਰੱਖਿਆ ਮੰਨਿਆ ਜਾ ਰਿਹਾ। ਫਿਰ ਜਦੋਂ ਮਰਦ ਨੇ ਇਹਦੇ ਵਿੱਚ ਇੰਟਰਫੇਅਰ ਕੀਤੀ, ਯਾਨੀ ਮਰਦ ਨੇ ਵੀ ਸ਼ਾਮਿਲ ਕੀਤਾ ਹੈ। ਉਸ ਸਵਾਣੀ ਦਾ ਜ਼ਿਕਰ ਉਸ ਵੇਲੇ ਦਾ ਜਿਹੜੀ ਪ੍ਰੀ ਹਿਸਟਰੀ ਦੀ ਗੱਲ, ਕਿ ਜਦੋਂ ਸਵਾਣੀ ਹੀ ਘਰ ਦੀ ਸਰਬਰਾਹ ਹੁੰਦੀ ਸੀ, ਸਵਾਣੀ ਹੀ ਬਾਹਰ ਦਾ ਕੰਮ ਨਿਪਟਾ ਰਹੀ ਸੀ, ਪੂਰਾ ਮੁਆਸ਼ ਜਿਹੜਾ ਉਹਦੇ ਸਿਰ ਤੇ ਚੱਲਦਾ ਸੀ। ਪਰ ਸਵਾਣੀ ਪੱਗ ਵੀ ਪਾਉਂਦੀ ਸੀ, ਪੰਜਾਬ ਦੀ ਸਵਾਣੀ ਪੱਗ ਵੀ ਪਾਉਂਦੀ ਸੀ। ਵੇਲੇ ਦੇ ਨਾਲ ਨਾਲ ਜਦੋਂ ਨਵੀਆਂ ਇੱਥੇ ਕੌਮਾਂ ਆਉਂਦੀਆਂ ਗਈਆਂ, ਉਹਨਾਂ ਨੇ ਸਵਾਣੀ ਦੇ ਹਵਾਲੇ ਨਾਲ ਆਪਣੇ ਫੈਸਲੇ ਜਿਹੜੇ ਨੇ ਇੱਥੋਂ ਦੇ ਲੋਕਾਂ ਉੱਤੇ ਪਾਣੇ ਸ਼ੁਰੂ ਕਰਤੇ, ਜਿਹਦੇ ਨਾਲ ਸਵਾਣੀ ਜਿਹੜੀ ਹੈ ਉਹਦੇ ਕੰਮ ਜਿਹੜੇ ਨੇ ਬਦਲੇ ਗਏ। ਯਾਨੀ ਉਸ ਦੀ ਜਿਹੜੇ ਨੇ ਕੰਮ ਮਰਦਾਂ ਨੇ ਫੜ ਲਏ, ਤੇ ਮਰਦ ਜਿਹੜੇ ਨੇ ਉਹ ਹੁਣ ਵਾਈ ਬੀਜੀ ਵਿੱਚ ਅਹਿਮ ਕਿਰਦਾਰ ਅਦਾ ਕਰਨ ਲੱਗੇ, ਤੇ ਔਰਤ ਜਿਹੜੀ ਹੈ ਉਹ ਸੈਕੰਡਰੀ ਹੋ ਗਈ। ਲੇਕਿਨ ਉਹਦੇ ਬਗੈਰ ਕੰਮ ਚੱਲ ਨਹੀਂ ਰਿਹਾ, ਉਹ ਸੈਕੰਡਰੀ ਹੋ ਗਈ। ਉਹ ਮੁਆਸ਼ ਦੇ ਵਿੱਚ ਭਰਪੂਰ ਹਿੱਸਾ ਪਾ ਰਹੀ ਸੀ, ਫਿਰ 80% ਉਹਦਾ ਹਿੱਸਾ ਹੋਣ ਲੱਗ ਪਿਆ ਮੁਆਸ਼ ਦੇ ਵਿੱਚ, ਖੇਤੀਬਾੜੀ ਦੇ ਵਿੱਚ ਉਹਦਾ ਹਿੱਸਾ ਘਟਾ ਦਿੱਤਾ ਗਿਆ। ਇਹਦੇ ਵਿੱਚ ਜਗੀਰਦਾਰਾਨਾ ਸਿਸਟਮ ਵੀ ਹੈ, ਜ਼ਮੀਂਦਾਰਾਨਾ ਸਿਸਟਮ ਵੀ ਹੈ, ਔਰ ਦੂਸਰੇ ਜਿਹੜੇ ਨਵੀਆਂ ਜਿਹੜੀਆਂ ਕੌਮਾਂ ਜਿਹੜੀਆਂ ਬਾਹਰੋਂ ਆਈਆਂ ਸਨ, ਉਹਨਾਂ ਦੇ ਆਪਣੇ ਅਸੂਲ, ਆਪਣੇ ਰਸਮੋ ਰਿਵਾਜ ਵੀ ਸੀ, ਜਿਹੜੇ ਇੱਥੋਂ ਦੀ ਸਵਾਣੀਆਂ ਉੱਤੇ ਉਹਨਾਂ ਨੇ ਥੋਪ ਦਿੱਤੇ।
ਇੱਕ ਜ਼ਮਾਨੇ ਵਿੱਚ ਜ਼ਰਾਤ ਲਈ ਬਹੁਤ ਬੰਦਿਆਂ ਦੀ ਜ਼ਰੂਰਤ ਹੁੰਦੀ ਸੀ। ਘਰ ਵਿੱਚ ਜਿੰਨੇ ਜੀ ਬਹੁਤੇ ਹੁੰਦੇ ਓਨੀ ਖੁਸ਼ਹਾਲੀ ਜ਼ਿਆਦਾ ਹੁੰਦੀ। ਪਰ ਜਿਸ ਘਰ ਵਿੱਚ ਮਰਦ ਘੱਟ ਹੁੰਦੇ ਉਸ ਘਰ ਦੀਆਂ ਸਵਾਣੀਆਂ ਨੂੰ ਵੀ ਖੇਤਾਂ ਵਿੱਚ ਕੰਮ ਕਰਨੇ ਪੈਂਦੇ ਸਨ। ਪੱਠੇ ਵੱਢਣੇ ਕੁਤਰਨੇ ਆਮ ਤੌਰ 'ਤੇ ਸਵਾਣੀਆਂ ਦੇ ਜ਼ਿੰਮੇ ਹੁੰਦੇ, ਯਾਨੀ ਔਰਤਾਂ ਜਿਹੜੀ ਕੰਮ ਕਰਦੀਆਂ ਸਨ ਉਹ ਪੱਠੇ ਵੱਢਣੀਆਂ ਅਤੇ ਜਿਹੜੀਆਂ ਨੇ ਪੱਠੇ ਕੁਤਰਨਾ। ਉਹ ਮਰਦਾਂ ਪਿੱਛੇ ਸਵੇਰੇ ਲੱਸੀ ਪਰਾਠੇ ਫਿਰ ਸ਼ਿਕਰ ਦੁਪਹਿਰੇ ਪੱਤਾ ਲੈ ਕੇ ਅੱਪੜ ਜਾਂਦੀਆਂ ਸੀ, ਯਾਨੀ ਖਾਣਾ ਲੈ ਕੇ ਆ ਜਾਂਦੀਆਂ। ਦੁਪਹਿਰ ਦਾ ਜਿਹੜਾ ਖਾਣਾ ਸੀ ਉਹ ਪਹੁੰਚਾਉਂਦੀਆਂ ਸਨ। ਮਰਦ ਭਾਵੇਂ ਹੱਲਾਂ ਪਿੱਛੇ ਹੋਣ ਜਾਂ ਜੰਗਲ ਵੇਲੇ ਮਾਲ ਡੰਗਰਾਂ ਪਿੱਛੇ, ਉਹਨਾਂ ਨੂੰ ਰੋਟੀ ਪਾਣੀ ਸਵਾਣੀਆਂ ਹੀ ਅਪਣਾਉਂਦੀਆਂ ਸੀ, ਯਾਨੀ ਔਰਤਾਂ ਉਹਨਾਂ ਨੂੰ ਖਾਣਾ ਪਹੁੰਚਾਉਣ ਵਾਸਤੇ ਜਿਹੜੀਆਂ ਉਹ ਮੁਕਰਰ ਹੋ ਗਈਆਂ। ਔਰ ਉਹਨਾਂ ਨੇ ਜਿਹੜੀ ਕਿ ਉਹ ਇੱਕ ਖੇਤ ਦਾ ਕੰਮ ਜਿਹੜੇ ਨੇ ਉਹ ਮਰਦ ਸੰਭਾਲਦੇ ਨੇ ਜਾਨਵਰਾਂ ਦੇ ਨਾਲ, ਔਰ ਜਿਹੜੇ ਸਵਾਣੀਆਂ ਨੇ ਉਹ ਘਰੋਂ ਲੱਸੀ ਪਰਾਠੇ ਸ਼ਿਕਰ ਦੁਪਹਿਰੇ ਜਿਹੜੇ ਨੇ ਉਹ ਲੈ ਕੇ ਜਾ ਰਹੇ ਨੇ, ਔਰ ਉਹ ਵੀ ਇੱਕ ਅਹਿਮ ਕਿਰਦਾਰ ਅਦਾ ਕਰ ਰਹੀਆਂ। ਹੁਣ ਜ਼ਰਾਅਤ ਨੇ ਇੱਕ ਜਦੀਦ ਸਾਇੰਸ ਦੀ ਹੈਸੀਅਤ ਇਖਤਿਆਰ ਕਰ ਪਿਛਲੇ ਕਈ ਵਰ੍ਹਿਆਂ ਤੋਂ ਫਸਲਾਂ ਦੀ ਬਜਾਈ ਲਈ ਰਕਬਾ ਮਤਵਾਤਰ ਵੱਧ ਰਿਹਾ। ਬਜਾਈ ਦਾ ਮਤਲਬ ਇੱਥੇ ਬੀਜਣਾ, ਯਾਨੀ ਕਿ ਨਵੇਂ ਤਰੀਕੇ ਕਰਕੇ ਨਵੀਆਂ ਫਸਲਾਂ ਲਾਣੀਆਂ। ਕੱਚੀਆਂ ਰੋਈਆਂ ਤੇ ਸੇਮ ਥੋਰ ਵਾਲੀਆਂ ਬੇਸ਼ੁਮਾਰ ਜ਼ਮੀਨਾਂ ਆਬਾਦ ਹੋ ਗਈਆਂ, ਯਾਨੀ ਉਹ ਜ਼ਮੀਨ ਦੀਆਂ ਜਿਹੜੀਆਂ ਬਿਮਾਰੀਆਂ ਸਨ, ਜਿਹੜੀਆਂ ਬਹੁਤ ਜ਼ਿਆਦਾ ਪਾਣੀ ਤੇ ਬਹੁਤ ਘੱਟ ਪਾਣੀ ਦੀ ਵਜ੍ਹਾ ਤੋਂ ਜਿਹੜੀਆਂ ਉਹ ਪੈ ਰਹੀਆਂ ਸਨ, ਉਹਨਾਂ ਦਾ ਇਲਾਜ ਹੋ ਗਿਆ ਤੇ ਫੀ ਏਕੜ ਪੈਦਾਵਾਰ ਵਿੱਚ ਵਾਧਾ ਹੋਣ ਲੱਗ ਗਿਆ। ਯਾਨੀ ਜਿੱਥੇ ਅਗਰ 10 ਮਣ ਨਿਕਲਦਾ ਸੀ ਕੋਈ ਫਸਲ ਤੇ ਉੱਥੇ 16 ਮਣ 18 ਮਣ ਹੋ ਗਿਆ, ਜਿਹਦੇ ਨਾਲ ਕਿਸਾਨ ਵੀ ਖੁਸ਼ਹਾਲ ਹੋਣਾ ਸ਼ੁਰੂ ਹੋ ਗਿਆ ਔਰ ਲੋਕਾਈ ਦੀਆਂ ਖੁਰਾਕ ਦੀਆਂ ਲੋੜਾਂ ਵੀ ਪੂਰੀਆਂ ਹੋਈਆਂ। ਔਰ ਇੱਕ ਮੁਲਕ ਦੀ ਜਿਹੜੀ ਇਕੋਨਮੀ ਸੀ ਉਸ 'ਤੇ ਵੀ ਅਸਰ ਪਿਆ, ਉਸਨੇ ਜ਼ਰੇ ਮੁਬਾਦਲਾ ਕਮਾਉਣ ਲੱਗ ਪਿਆ, ਕਿਉਂਕਿ ਜਿਹੜੇ ਲੋੜ ਤੋਂ ਵੱਧ ਜਿਹੜੀਆਂ ਸ਼ੈਵਾਂ ਹੋਈਆਂ ਉਹ ਬਾਹਰ ਦੇ ਮੁਲਕਾਂ ਭੇਜਣ ਲੱਗੀਆਂ, ਯਾਨੀ ਉਹਨਾਂ ਨੂੰ ਬਰਾਮਦਾਤ ਦੇ ਵਿੱਚ ਇੱਕ ਅਹਿਮ ਹਿੱਸਾ ਜਿਹੜਾ ਮੰਨਿਆ ਜਾਣ ਲੱਗਾ। ਪੰਜਾਬ ਵਿੱਚ ਪਹਿਲੀ ਵਾਰੀ 1950 ਦੇ ਦਹਾਕੇ ਟਰੈਕਟਰ ਆਉਣਾ ਸ਼ੁਰੂ ਹੋ ਗਏ, ਯਾਨੀ 1950 ਤੋਂ 1960 ਦੇ ਦਰਮਿਆਨ ਜਿਹੜੇ ਇੱਥੇ ਟਰੈਕਟਰ ਆਉਣਾ ਸ਼ੁਰੂ ਹੋ ਗਏ। ਇੱਕ ਬੜੀ ਅੱਛੀ ਤੇ ਦਿਲਚਸਪ ਗੱਲ ਜਿਹੜੀ ਤੁਹਾਨੂੰ ਬੜੀ ਯਾਦ ਰਹੇਗੀ ਕਿ ਜਦੋਂ ਇੱਥੇ ਰੂਸ ਦੇ ਬਣੇ ਹੋਏ ਜ਼ਿਆਦਾਤਰ ਟਰੈਕਟਰ ਆਉਣਾ ਸ਼ੁਰੂ ਹੋਏ ਤੇ ਇੱਥੋਂ ਦੇ ਇੱਕ ਖਾਸ ਤਬਕੇ ਨੇ ਕਿਹਾ ਕਿ ਇਹ ਸਾਡੀਆਂ ਜ਼ਮੀਨਾਂ ਨੂੰ ਸਾੜ ਦੇਗਾ, ਇਹ ਚੀਜ਼ ਨਹੀਂ ਵਰਤਣੀ ਚਾਹੀਦੀ, ਇਹ ਚੀਜ਼ ਬੜੀ ਜ਼ਾਲਮ ਹੈ, ਇਹ ਚੀਜ਼ ਸਾਡੇ ਦੁਸ਼ਮਣ ਹੈ, ਇਹ ਸਾਡੀਆਂ ਜ਼ਮੀਨਾਂ ਬੰਜਰ ਕਰ ਦੇਗੀ, ਇਹ ਸਾਡਾ ਖਰਾਬ ਕਰ ਦੇਗੀ। ਲੋਕਾਂ ਨੇ ਬਾਕਾਇਦਾ ਇਹਦੇ ਖਿਲਾਫ ਐਜੀਟੇਸ਼ਨ ਕੀਤੀ, ਮਜ਼ਾਮਤ ਕੀਤੀ। ਪਰ ਹੁਣ ਅਸੀਂ ਸੋਚ ਸਕਦੇ ਹਾਂ ਕਿ ਕੋਈ ਕਿਸਾਨ ਬਗੈਰ ਟਰੈਕਟਰ ਤੋਂ ਵੀ ਫਸਲ ਜਿਹੜੀ ਹੈ ਉਹ ਬਗੈਰ ਟਰੈਕਟਰ ਤੋਂ ਹਲ ਵਾ ਲੇਗਾ। ਵੇਲੇ ਦੇ ਨਾਲ ਸੋਚਾਂ ਬਦਲਦੀਆਂ ਗਈਆਂ। ਕੁਝ ਤਬਕਾ ਮਕਤਬਾ ਫਿਕਰ ਨੇ ਇਹ ਵੀ ਸ਼ੁਰੂ 'ਚ ਕਿਹਾ ਸੀ ਕਿ ਮਾਈਕ ਦੇ ਵਿੱਚ ਸ਼ੈਤਾਨ ਬੋਲਦਾ, ਤੇ ਹੁਣ ਤੁਸੀਂ ਆਪ ਸਮਝਦਾਰ ਹੋ। ਅੱਗੇ ਕੁਛ ਜ਼ਮੀਨਾਂ ਵਾਹਨ ਬੀਜਣ ਲਈ ਟਰੈਕਟਰ ਨੇ ਬੜੀਆਂ ਸਹੂਲਤਾਂ ਪੈਦਾ ਕਰ ਦਿੱਤੀਆਂ। ਟਰੈਕਟਰ ਸਖਤ ਤੋਂ ਸਖਤ ਜ਼ਮੀਨਾਂ ਵਾਹੁੰਦੇ ਨੇ, ਕੁਰਾਹ ਤੇ ਸੁਹਾਗਾ ਵੀ ਮਾਰਦੇ ਨੇ। ਟਰੈਕਟਰ ਨਾਲ ਕਈ ਕਿਸਮ ਦੀਆਂ ਹੱਲਾਂ ਚਲਾਈਆਂ ਜਾਂਦੀਆਂ ਨੇ। ਇਹ ਹੱਲਾਂ ਜ਼ਮੀਨ ਨੂੰ ਫਸਲ ਦੀ ਬਜਾਈ ਲਈ ਤਿਆਰ ਕਰਦੀਆਂ ਨੇ ਤੇ ਫਸਲਾਂ ਬੀਜਣ ਲਈ ਇਸਤੇਮਾਲ ਕੀਤੀਆਂ ਜਾਂਦੀਆਂ। ਜ਼ਰਾਅਤ ਵਿੱਚ ਮਸ਼ੀਨਾਂ ਦਾ ਇਸਤੇਮਾਲ ਇੱਕ ਬਹੁਤ ਵੱਡਾ ਇਨਕਲਾਬ। ਸ਼ਾਰਟ ਕੁਐਸਚਨ ਜਿਹੜਾ ਬਣੇਗਾ ਕਿ ਜ਼ਰਾਅਤ ਵਿੱਚ ਇਨਕਲਾਬ ਕਿਵੇਂ ਸ਼ੁਰੂ ਹੋਇਆ? ਜ਼ਰਾਅਤ ਵਿੱਚ ਮਸ਼ੀਨਾਂ ਦੇ ਇਸਤੇਮਾਲ ਨਾਲ ਇਨਕਲਾਬ ਸ਼ੁਰੂ ਹੋਇਆ। ਇਸ ਮਸ਼ੀਨਾਂ ਦੇ ਵਰਤਾਰੇ ਨਾਲ, ਜਿਵੇਂ ਥ੍ਰੈਸ਼ਰ ਹੈ ਜਾਂ ਖਾਦਾਂ ਦਾ ਜਿਹੜਾ ਵਰਤਾਰਾ ਹੈ, ਇਸ ਦੇ ਨਾਲ ਕਈ ਬੀਜ ਜਿਹੜੇ ਨੇ ਬਣਾਏ ਜਾਣ ਲੱਗ ਪਏ। ਬੀਜ ਜਿਹੜੇ ਨੇ ਉਹ ਔਰ ਸਪਰੇ ਜਿਹੜੇ ਨੇ ਉਹ ਬਣਾਏ ਜਾਣ ਲੱਗ ਪਏ। ਇਹ ਸਾਰੀਆਂ ਚੀਜ਼ਾਂ ਇੱਕ ਇਨਕਲਾਬ ਜਿਹੜਾ ਹੈ ਦੀ ਸੂਰਤ ਵਿੱਚ ਜ਼ਰਾਅਤ ਵਿੱਚ ਇੱਕ ਇਨਕਲਾਬ ਲਿਆਇਆ। ਫਿਰ ਪੰਜਾਬ ਵਿੱਚ ਇੱਕ ਸਵਾਲ ਬਣ ਜਾਏਗਾ, ਪੰਜਾਬ ਵਿੱਚ ਟਰੈਕਟਰ ਕਿਦੋਂ ਆਉਣਾ ਸ਼ੁਰੂ ਹੋਏ? ਪੰਜਾਬ ਵਿੱਚ ਟਰੈਕਟਰ 1950 ਦੇ ਦਹਾਕੇ ਆਉਣਾ ਸ਼ੁਰੂ ਹੋਏ ਤੇ ਜਿਸ ਨੇ ਜ਼ਮੀਨ ਵਾਹਨ ਬੀਜਣ ਲਈ, ਯਾਨੀ ਹਲ ਵਾਹਨ ਬੀਜਣ ਲਈ ਇੱਥੇ ਬੜੀਆਂ ਸਹੂਲਤਾਂ ਪੈਦਾ ਕਰ ਦਿੱਤੀਆਂ। ਸਾਇੰਸ ਨੇ ਕਿਹੜੀਆਂ ਬਿਮਾਰੀਆਂ, ਯਾਨੀ ਕੱਚੀਆਂ ਰੋਈਆਂ ਤੇ ਸੇਮ ਥੋਰ ਵਾਲੀਆਂ ਬੇਸ਼ੁਮਾਰ ਜ਼ਮੀਨਾਂ ਨੂੰ ਆਬਾਦ ਕਰਨ ਵਿੱਚ ਮਦਦ ਦਿੱਤੀ? ਸਾਇੰਸ ਨੇ ਕਿਵੇਂ ਜ਼ਰਾਅਤ ਦੀ ਮਦਦ ਕੀਤੀ? ਬਹੁਤ ਜ਼ਿਆਦਾ ਬਿਮਾਰੀਆਂ ਤੇ ਕਾਬੂ ਪਾ ਲਿਆ ਔਰ ਬਹੁਤ ਜ਼ਿਆਦਾ ਜਿਹੜੀਆਂ ਸੇਮ ਥੋਰ ਦੇ ਨਾਲ ਤੇ ਬੰਜਰ ਹੋ ਰਹੀਆਂ ਜ਼ਮੀਨਾਂ ਸਨ ਉਸ ਨੂੰ ਵੀ ਬਚਾ ਲਿਆ ਗਿਆ। ਐਸੀ ਸਾਡਾ ਅੱਜ ਦਾ ਜਿਹੜਾ ਸਬਕ ਦਾ ਦੂਜਾ ਹਿੱਸਾ ਜ਼ਰਾਅਤ ਕਹਾਣੀ ਦਾ ਤੁਹਾਡਾ ਖਤਮ ਹੋਇਆ ਸਬਕ।
ਤੇ ਕੱਲ ਅਸੀਂ ਹੁਣ ਅੱਗੇ